ਹੈਲੋ ਗਾਇਸ। ਸੋ ਅੱਜ ਦੀ ਜੋ ਵੀਡੀਓ ਜੀ ਰੀਡਿੰਗ ਦੇ ਉੱਪਰ ਆ ਤੇ ਆਪਾਂ ਰੀਡਿੰਗ ਦੇ ਵਿੱਚ ਮੇਨਲੀ ਜੋ ਪੜ੍ਹਦੇ ਹੁੰਦੇ ਆ ਜਦੋਂ ਤਾਂ ਮੇਨ ਪ੍ਰੋਬਲਮ ਕਿਉਂ ਆਉਂਦੀ ਹੈ ਬਿਕਾਜ਼ ਕਈ ਬੱਚੇ ਦੀ ਹੈਬਿਟ ਇਹ ਹੁੰਦੀ ਹੈ ਕਿ ਰੀਡਿੰਗ ਨੂੰ ਪਹਿਲਾਂ ਪੜ੍ਹ ਲੈਂਦੇ ਆ, ਪੈਸੇਜ ਪਹਿਲਾਂ ਪੜ੍ਹਦੇ ਆ, ਫਿਰ ਕੁਐਸਚਨ ਦੀ ਡਿਮਾਂਡ ਦੇਖਦੇ ਆ ਤੇ ਦੈਨ ਫਿਰ ਉਹ ਆਨਸਰ ਹੋ ਜਾਂਦੇ ਆ ਗਲਤ। ਪਰ ਜੇਕਰ ਤੁਸੀਂ ਰੀਡਿੰਗ ਦੇ ਵਿੱਚ ਪਹਿਲਾਂ ਕੁਐਸਚਨ ਪੜ੍ਹ ਕੇ ਚੱਲੋਗੇ ਤਾਂ ਆਨਸਰ ਦੀ ਡਿਮਾਂਡ ਆਪਣੇ ਆਪ ਫੋਲੋ ਹੋ ਜੂਗੀ ਨਾ ਆਟੋਮੈਟਿਕਲੀ। ਲਾਈਕ ਤੁਹਾਨੂੰ ਡਿਮਾਂਡ ਕੀ ਹੈ, ਤੁਸੀਂ ਚਾਹੁੰਦੇ ਕਿਉਂ ਲੱਭਣਾ ਉਸ ਵਿੱਚ। ਲਾਈਕ ਕਿਉਂਕਿ ਇਹ ਪੈਸੇ 'ਚ ਕੋਈ ਨੌਲੇਜ ਨਹੀਂ ਹੈਗੀ, ਕੋਈ ਆਪਾਂ ਇਸ ਦੇ ਉੱਪਰ ਕੋਈ ਆਪਾਂ ਬੁੱਕ ਨਹੀਂ ਲਿਖ ਰਹੇ। ਆਪਾਂ ਜਸਟ ਕੀ ਹੈ ਕਿ 1 ਘੰਟੇ ਦੇ ਵਿੱਚ 40 ਆਨਸਰ ਦੇਣੇ ਹੁੰਦੇ ਆ। ਸੋ ਇੱਕ ਪੈਸੇ ਦੇ ਉੱਪਰ ਐਸਟੀਮੇਟ ਹੁੰਦਾ 20 ਮਿੰਟ ਤੇ ਜਿਹਦੇ ਵਿੱਚ ਤੁਸੀਂ 16 ਤੋਂ 17 ਮਿੰਟ ਲੈ ਕੇ ਚੱਲਦੇ ਹੋ ਪ੍ਰੈਕਟਿਸ ਟਾਈਮ ਐਜ਼ ਵੈਲ ਐਜ਼ ਕਿ ਰੀਅਲ ਐਗਜ਼ਾਮ ਦੀ ਬੇਸ ਦੇ ਵਿੱਚ ਵੀ 16-17 ਮਿੰਟ ਦੇ ਵਿੱਚ ਤੁਹਾਡੀ ਜਿਹੜੀ ਹੈ ਕਿ ਸੋਲਵ ਹੋਣੀ ਚਾਹੀਦੀ ਹੈ। ਬਿਕਾਜ਼ 2 ਤੋਂ 3 ਮਿੰਟ ਤਾਂ ਆਪਾਂ ਉਹਨੂੰ ਲਿਖਣ ਤੇ ਵੀ ਲੈ ਜਾਂਦੇ ਆ ਤੇ ਇਹਦੇ ਵਿੱਚ 1 ਘੰਟੇ ਦੇ ਵਿੱਚ ਇਨਕਲੂਡ ਹੁੰਦੇ ਆ, ਆਨਸਰ ਵੀ ਲਿਖਣੇ ਹੁੰਦੇ ਆ। ਸੋ ਵੇਸਟ ਨਾ ਕਰਿਆ ਕਰੋ ਟਾਈਮ। ਤੇ ਰੀਡਿੰਗ ਕਰਦੇ ਟਾਈਮ ਸਭ ਤੋਂ ਪਹਿਲੀ ਜਿਹੜੀ ਟ੍ਰਿਕ ਹੈ ਉਹ ਹੈਗੀ ਹੈ ਕਿ ਤੁਸੀਂ ਉਹਨੂੰ ਜੋ ਸਕਿਮ ਤੇ ਸਕੈਨਿੰਗ ਜਿਹੜੀ ਹੈਗੀ ਆ ਉਹ ਤੇਜ਼ੀ ਨਾਲ ਕਰਨੀ ਆ, ਕਿ ਨਾ ਕਿ ਉਹਨੂੰ ਸੋਚਣਾ ਹੈ। ਕਿਉਂਕਿ ਲਾਈਕ ਜਿਹੜੀਆਂ ਸਟੋਰੀਜ਼ ਹੁੰਦੀਆਂ ਨੇ ਉਹ ਆਪਣੀ ਲਾਈਫ ਰੀਅਲ ਲਾਈਫ ਦੇ ਬੇਸਡ ਹੁੰਦੀਆਂ। ਇਹਦੇ ਵਿੱਚ ਜਿਹੜੇ ਕੰਟੈਂਟ ਹੁੰਦੇ ਆ ਸਾਇੰਟੀਫਿਕ ਰਿਸਰਚ ਹੋ ਗਈਆਂ, ਸਰਵੇਜ਼ ਹੋ ਗਏ, ਜਾਂ ਫਿਰ ਕੋਈ ਹਿਸਟੋਰੀਕਲ ਇਵੈਂਟ ਜਾਂ ਫਿਊਚਰ ਦੀ ਪ੍ਰੈਡਿਕਸ਼ਨ ਦੇ ਉੱਪਰ ਹੁੰਦੀਆਂ। ਸੋ ਜ਼ਿਆਦਾਤਰ ਇਹ ਆਪਣੀ ਲਾਈਫ ਨਾਲ ਹੀ ਰਿਲੇਟ ਕਰਦੇ ਤੇ ਬਹੁਤ ਸਾਰੇ ਸਟੂਡੈਂਟ ਕੀ ਹੁੰਦਾ ਪੜ੍ਹਦੇ ਟਾਈਮ ਇਹਨਾਂ ਨੂੰ ਸੋਚਣ ਲੱਗ ਜਾਂਦੇ। ਸੋ ਆਪਾਂ ਉਹ ਚੀਜ਼ ਕਦੇ ਨਹੀਂ ਕਰਨੀ। ਫਸਟ ਧਿਆਨ ਰੱਖਣਾ ਜਦੋਂ ਵੀ ਰੀਡਿੰਗ ਕਰਨੀ, ਦਿਮਾਗ ਵਿੱਚ ਇੱਕ ਚੀਜ਼ ਰੱਖਣੀ ਹੈ ਕਿ ਰੀਡਿੰਗ ਤੇਜ਼ੀ ਨਾਲ ਪੜ੍ਹਨਾ, ਕਿ ਜਿੰਨਾ ਤੇਜ਼ ਪੜ੍ਹ ਸਕੀਏ ਆਪਾਂ ਸੈਂਟੈਂਸ ਟੂ ਸੈਂਟੈਂਸ ਤੇ ਆਪਾਂ ਨੂੰ ਕਲੀਅਰ ਹੋਵੇ, ਦੁਬਾਰਾ ਆਪਾਂ ਨੂੰ ਉਸ ਕੁਐਸਚਨ ਜਾਂ ਉਸ ਪੈਸੇਜ ਦੇ ਉੱਪਰ ਜਾਣ ਦੀ ਲੋੜ ਨਾ ਪਵੇ। ਸੋ ਅੱਜ ਦੀ ਜੋ ਰੀਡਿੰਗ ਆਪਾਂ ਦੇਖਦੇ ਹਾਂ ਜੀ, ਰੀਡਿੰਗ ਦਾ ਨਾਮ ਹੈਗਾ ਇਟ ਇਜ਼ ਓਨਲੀ ਕਾਕਰੇਚ, ਇੱਕ ਕਾਕਰੇਚ। ਇਹਦਾ ਇਕੱਲਾ ਕਾਕਰੇਚ ਹੀ ਆ, ਠੀਕ ਹੈ ਜੀ। ਇਸ ਦੇ ਵਿੱਚ ਕੀ ਆ, ਹੁਣ 4 ਪਹਿਲੇ ਕੁਐਸਚਨ ਹੈ ਡਾਇਰੈਕਟ, ਜਿਹਦੇ ਵਿੱਚ ਤੁਸੀਂ ਆਨਸਰ ਦੇਣੇ ਹੁੰਦੇ ਆ ਨੋ ਮੋਰ ਦੈਨ 2 ਵਰਡ ਦੀ ਆਪਣੇ ਕੋਲ ਜਿਹੜੀ ਡਿਮਾਂਡ ਹੋਈ ਹੋਈ ਹੈ। ਉਸ ਤੋਂ ਬਾਅਦ ਹੈਗੀ ਟਰੂ ਫਾਲਸ 5 to 8 ਤੇ ਜਿਹਦੇ ਵਿੱਚ ਤੁਸੀਂ ਟਰੂ ਫਾਲਸ ਤੇ ਨੋਟ ਗਿਵਨ ਦੇਣੇ ਆ। ਤੇ ਇਸ ਤੋਂ ਬਾਅਦ ਹੁੰਦੇ ਆ 1 ਵਰਡ ਦੇ ਵਿੱਚ ਵੀ ਫਿਲਅਪਸ ਨੇ। ਤੇ ਉਸ ਤੋਂ ਬਾਅਦ ਹੈਗੇ 2 ਮਲਟੀਪਲ ਚੁਆਇਸ ਕੁਐਸਚਨ ਹੈਗੇ ਆ 12 to 13 ਤੇ ਜਿਹੜੇ ਹੈਗੇ ਟਰੂ ਫਾਲਸ ਤੇ ਬੇਸਡ ਹੁੰਦੇ ਵੀ ਸਹੀ ਗੱਲ ਹੈ ਗਲਤ ਹੈ ਇਹ ਹੈ ਹੀ ਨਹੀਂ, ਗੱਲ ਹੀ ਨਹੀਂ ਕੀਤੀ, ਠੀਕ ਹੈ ਜੀ। ਸੋ ਟਰੂ ਫਾਲਸ ਉਹਨਾਂ ਦੇ ਉੱਪਰ ਹੁੰਦੇ ਆ ਤੇ ਜੈਸ ਨੋ ਹੁੰਦੀ ਹੈ ਕੋਈ ਸਟੇਟਮੈਂਟ, ਜਿਵੇਂ ਕੋਈ ਰਿਸਰਚਰ ਦੀ ਸਟੇਟਮੈਂਟ ਹੈ, ਕੋਈ ਸਾਇੰਟਿਸਟ ਦੀ ਜੇ ਕੋਈ ਸਟੇਟਮੈਂਟ ਹੈ ਉਹ ਰਿਲੇਟ ਕਰਦੇ ਕਿ ਨਹੀਂ। ਇਹ ਹੁੰਦੇ ਫੈਕਟ ਦੇ ਉੱਪਰ ਜਿਹੜੀ ਚੀਜ਼ ਪੈਸੇ ਦੇ ਵਿੱਚ ਸੱਚ ਹੈਗੀ ਹੈ ਗੱਲ ਕਿ ਨਾ। ਸੋ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਆਪਣੇ ਕੁਐਸਚਨ। ਸੋ ਦੈਨ ਆਪਾਂ ਪੈਸੇ ਦੇ ਉੱਪਰ ਜਾਵਾਂਗੇ। ਫਸਟ ਕੁਐਸਚਨ ਕੀ ਹੈਗਾ, ਵਾਟ ਐਸਪੈਕਟ ਆਫ ਕੋਕਰੇਚਸ ਮੇਕਸ ਦਾ ਆਥਰ ਵਾਂਟ ਦੈਮ ਰਿਮੂਵਡ ਫਰੋਮ ਦਾ ਹੋਮ। ਕਹਿੰਦਾ ਕਿਹੜੇ ਤੱਥ ਨੇ ਜਿਹੜੇ ਕੋਕਰੇਚਸ ਨੂੰ ਬਾਹਰ ਕੱਢਣਾ ਚਾਹੁੰਦੇ ਆ, ਠੀਕ ਆ। ਆਥਰ ਜਿਹੜਾ ਉਹ ਬਾਹਰ ਕੱਢਣਾ ਚਾਹੁੰਦਾ ਆਪਣੇ ਘਰ ਤੋਂ, ਬਿਨਾਂ ਘਰ ਤੋਂ ਬਾਹਰ, ਤੇ ਉਹ ਕਿਹੜੇ ਕਾਰਨ ਨੇ, ਮੇਨ ਕਾਰਨ। ਨੈਕਸਟ ਕੁਐਸਚਨ ਹੈਗਾ ਵਾਟ ਹਿਊਮਨ ਐਸਪੈਕਟ ਡੂ ਦੇ ਇੰਡੇਂਜਰ। ਕਿਹੜੀ ਚੀਜ਼ਾਂ ਨੇ, ਕਿਹੜੇ ਤੱਥ ਨੇ ਜਿਨ੍ਹਾਂ ਨੂੰ ਹਿਊਮਨ ਦੇ ਜਿਨ੍ਹਾਂ ਨੂੰ ਖਤਰੇ 'ਚ ਪਾਇਆ ਜਾਂਦਾ ਹੈ। ਨੈਕਸਟ ਹੈਗਾ ਵਿਚ ਇਨਸੈਕਟ ਇਜ਼ ਦਾ ਬੈਸਟ ਕਾਕਰੇਚ ਕਿਲਰ। ਕਿਹੜਾ ਕੀੜਾ ਹੈ, ਕਿਹੜਾ ਕੋਈ ਕੀਟ ਹੈ ਜਿਹੜਾ ਕਾਕਰੇਚ ਨੂੰ ਮਾਰ ਸਕਦਾ ਹੈ। ਵਾਟ ਕੈਨ ਕਾਕਰੇਚਸ ਡੂ ਟੂ ਈਜ਼ੀਲੀ ਹਾਈਡ। ਸੋ ਕਿੱਦਾਂ ਕਰ ਵਟ ਕੀ ਕਰ ਸਕਦੇ ਕਾਕਰੇਚਸ ਨੂੰ ਕਿ ਈਜ਼ੀਲੀ ਹਾਈਡ ਕਰਨ ਲਈ ਕੀ ਕਰਦੇ ਹੋ, ਕੀ ਕਰ ਸਕਦੇ ਹੋ। ਸੋ ਨੈਕਸਟ ਕੁਐਸਚਨ ਹੈਗਾ ਦਾ ਜਿਹੜਾ ਟਰੂ ਫਾਲਸ ਆ, ਦਾ ਆਥਰ finds cockroaches more repulsive than centipedes। ਕਹਿੰਦਾ ਆਥਰ ਕੀ ਭਾਵ ਲੱਗਦਾ ਆਥਰ ਨੂੰ ਕਿ ਜਿਹੜੇ ਕਾਕਰੇਚਸ ਨੇ ਉਹ ਜ਼ਿਆਦਾ ਗੰਦੇ ਆ ਐਜ਼ ਕੰਪੇਅਰ ਟੂ ਸੈਂਟੀਪੇਡਸ ਦੇ। ਕੋਕਰੇਚਸ ਲਿਵ ਲੌਂਗਰ ਦੈਨ ਮੈਨੀ ਅਦਰ ਇਨਸੈਕਟਸ। ਹੋਰ ਕੀੜਿਆਂ ਨਾਲ ਉਹਨਾਂ ਦਾ ਜਿਹੜਾ ਲਾਈਫ ਟਾਈਮ ਆ, ਲਾਈਫ ਸਪੈਨ ਉਹ ਜ਼ਿਆਦਾ ਲੰਬਾ। ਦੈਨ ਕੀ ਹੈ ਨੈਕਸਟ ਕੁਐਸਚਨ, ਕੋਕਰੇਚਸ ਵਿਲ ਫਾਈਟ ਓਵਰ ਫੂਡ। ਜਿਹੜੇ ਕੋਕਰੇਚਸ ਨੇ ਉਹ ਲੜਨਗੇ ਕਿਹਨਾਂ ਨਾਲ, ਕਾਦੇ ਵਾਸਤੇ, ਫੂਡ ਦੀ ਭਾਲ ਦੇ ਵਿੱਚ। ਨੈਕਸਟ ਕੀ ਹੈ, ਕੋਕਰੇਚਸ ਆਰ ਆਫਨ ਦਾ ਸਬਜੈਕਟ ਆਫ ਰਿਸਰਚ। ਕੋਕਰੇਚਸ ਹਮੇਸ਼ਾ ਕਹਿੰਦਾ ਅਕਸਰ ਜਿਹੜਾ ਰਿਸਰਚ ਦਾ ਸਬਜੈਕਟ ਹੁੰਦੇ ਆ, ਰਿਸਰਚ ਦੇ ਵਿੱਚ ਯੂਜ਼ ਕੀਤੇ ਜਾਂਦੇ ਆ। ਨੈਕਸਟ ਜਿਹੜੇ ਆਪਣੇ ਫਿਲਅਪਸ ਹੈਗੇ ਆ 1 ਵਰਡ ਲੱਭਣੇ ਆ ਆਪਾਂ ਇੱਕ ਪੈਸੇਜ ਦੇ ਵਿੱਚੋਂ। ਸੋ cockroaches use dash in their air to communicate to show a willingness to dash। ਕਹਿੰਦਾ ਕਿ ਕਾਕਰੇਚਸ ਯੂਜ਼ ਕਰਦੇ ਕੋਈ ਚੀਜ਼ ਇਨ ਦਾ 에ਅਰ, ਹਵਾ ਦੇ ਵਿੱਚ, ਕਮਿਊਨੀਕੇਟ ਕਰਨ ਵਾਸਤੇ, ਗੱਲਾਂ ਬਾਤਾਂ ਕਰਨ ਵਾਸਤੇ। ਸੋ ਟੂ ਸ਼ੋ ਅ ਵਿਲਿੰਗਨੈਸ, ਉਹ ਆਪਣੀ ਜਿਹੜੀ ਉੱਥੋਂ ਦੀ ਪ੍ਰੈਜ਼ੈਂਸ ਹੈ ਉਹਨੂੰ ਦੱਸਣ ਵਾਸਤੇ ਵੀ ਅਸੀਂ ਇੱਥੇ ਹੈਗੇ ਆ, ਅਸੀਂ ਮੇਨ ਆ। ਟੂ ਡੈਸ਼ ਕਿੰਨਾਂ ਨੂੰ, ਠੀਕ ਹੈ ਜੀ। ਟੂ ਡੈਸ਼ ਕਿਸ ਵਾਸਤੇ ਜਾਂ ਕਿੰਨਾਂ ਨੂੰ,
yet the author struggles to feel dash for these insects। ਤੇ ਜਿਹੜਾ author ਹੈ ਉਹ ਇਹਨਾਂ ਦੇ ਉੱਪਰ ਹਾਲੇ ਪੈਂਡਿੰਗ ਹੈ ਵੀ ਫੀਲ ਕਰਦਾ ਹੈ for these insects। ਠੀਕ ਹੈ ਜੀ। ਨੈਕਸਟ ਹੈਗਾ ਜੀ ਗ੍ਰੈਗਰ। ਗ੍ਰੈਗਰ ਬਿਕਮਸ ਅ ਕਾਕਰੇਚ। ਕਹਿੰਦਾ ਗ੍ਰੈਗਰ ਜਿਹੜਾ ਹੈ ਉਹ ਕਾਕਰੇਚ ਬਣ ਜਾਂਦਾ ਹੈ। ਇਜ਼ ਦਾ ਫੇਮਸ ਕਰੈਕਟਰ। ਕਹਿੰਦਾ ਕੋਈ ਫੇਮਸ ਕਰੈਕਟਰ ਸੀ। ਡਿਸਪਾਈਜ਼ਸ ਹਿਜ਼ ਫਰੈਂਡਸ। ਜਿਹੜੇ ਉਹਦੇ ਫਰੈਂਡਸ ਨੇ ਉਹ ਹੇਟ ਕਰਦੇ ਆ। ਐਂਡ ਨੀਡ ਕੰਪੈਨੀਅਨਸ਼ਿਪ। ਗ੍ਰੈਗਰ ਕੀ ਹੈ ਕਿ ਉਹਨੂੰ ਜ਼ਰੂਰਤ ਹੈ ਕਾਹਦੀ? ਦੋਸਤੀ ਦੀ। ਦਾ ਆਥਰ ਵਾਂਟਸ ਟੂ। ਆਥਰ ਕੀ ਚਾਹੁੰਦਾ ਹੈ? ਕੈਚ ਦਾ ਕਾਕਰੇਚ, ਫੜਨਾ ਚਾਹੁੰਦਾ ਹੈ। ਕਿਲ ਦਾ ਕਾਕਰੇਚ, ਮਾਰਨਾ ਚਾਹੁੰਦਾ ਹੈ। ਟੱਚ ਦਾ ਕਾਕਰੇਚ, ਨੂੰ ਟੱਚ ਕਰਕੇ ਦੇਖਣਾ ਚਾਹੁੰਦਾ। ਫਲਾਈ ਲਾਈਕ ਕਾਕਰੇਚ, ਕਹਿੰਦਾ ਜਿਵੇਂ ਕਾਕਰੇਚ ਉੱਡਦਾ ਉਵੇਂ ਉੱਡਣਾ ਚਾਹੁੰਦਾ ਆਥਰ। ਸੋ ਇਹ ਕੁਐਸਚਨ ਨੇ। ਬਿਨਾਂ ਟਾਈਮ ਵੇਸਟ ਕੀਤੇ ਆਪਾਂ ਰੀਡਿੰਗ ਦਾ ਜਿਹੜਾ ਪੈਸੇਜ, ਪਹਿਲਾ ਪੈਸੇਜ ਹੈ ਆਪਾਂ ਇਹ ਪੜ੍ਹਦੇ ਹਾਂ। ਸੋ ਫਸਟ ਜੋ ਪੈਰਾਗ੍ਰਾਫ ਹੈ ਇਸ ਦੇ ਵਿੱਚ ਕੀ ਲਿਖਿਆ ਹੈ? ਇਟ ਇਜ਼ ਓਨਲੀ ਅ ਕਾਕਰੇਚ। ਸੋ I turned on the light in my kitchen that might and then I see it। ਕਹਿੰਦਾ ਮੈਂ ਆਪਣੀ ਕਿਚਨ ਦੀ ਲਾਈਟ ਔਨ ਕੀਤੀ ਤੇ ਮੈਂ ਦੇਖਿਆ। I draw back and my first instinct is to scream। ਕਹਿੰਦਾ ਜਿਹੜਾ ਮੇਰਾ ਡਰ ਸੀ ਤੇ ਮੇਰਾ ਸੁਭਾਅ ਚੀਕ ਦੇ ਵਿੱਚ ਬਦਲ ਗਿਆ। ਠੀਕ ਹੈ ਜੀ। ਨੈਕਸਟ ਕੀ ਹੈ? I control myself with difficulty but I find myself shuddering। ਕਹਿੰਦਾ ਮੈਂ ਆਪਣੇ ਆਪ ਨੂੰ ਬੜਾ ਔਖਾ ਸਾਂਭਿਆ ਪਰ ਮੈਂ ਦੇਖਿਆ ਮੈਂ ਤਾਂ ਕੰਬਦਾ ਪਿਆ। Unable to deal with the ਕ੍ਰੀਚਰ ਬਿਫੋਰ ਮੀ। ਕਹਿੰਦਾ ਵੀ ਇਸ ਤੋਂ ਪਹਿਲਾਂ ਮੈਂ ਕਦੇ ਇਹੋ ਜਿਹੀ ਚੀਜ਼ ਨਾਲ ਡੀਲ ਨਹੀਂ ਕੀਤਾ ਸੀ। ਇਟਸ ਓਨਲੀ ਕਾਕਰੇਚ। ਕਹਿੰਦਾ ਸਿਰਫ ਕਾਕਰੇਚ ਸੀ ਬਟ ਇਟਸ ਲਾਰਜ ਸਾਈਜ਼, ਲੌਂਗ ਐਂਟੀਨਾ, ਸ਼ਾਈਨੀ ਅਪੀਅਰੈਂਸ ਐਂਡ ਸਪਿਨੀ ਲੈਗਸ। ਕਹਿੰਦਾ ਕਿ ਜਿਹੜੇ ਕਾਕਰੇਚ ਸੀ ਇਹਦਾ ਬੜਾ ਵੱਡਾ ਸਾਈਜ਼ ਸੀ, ਐਂਟੀਨੇ ਬੜੇ ਵੱਡੇ ਸੀ, ਸ਼ਾਈਨੀ ਅਪੀਅਰੈਂਸ ਬੜਾ ਚਮਕਦਾਰ ਸੀ, ਉਹਦੀਆਂ ਲੱਤਾਂ ਸੀ ਜਿਹੜੀਆਂ ਆਪਾਂ ਕਹਿੰਦੇ ਸਪਾਈਨੀ, ਜਿਵੇਂ ਤਿੱਖੀਆਂ ਕੰਡੇਦਾਰ ਚੀਜ਼ਾਂ ਹੁੰਦੀਆਂ ਨੇ। ਆਰ ਪ੍ਰੈਜ਼ੈਂਟ ਆ ਪਾਰਟੀਕੂਲਰਲੀ ਡਿਸਗਸਟਿੰਗ ਅਪੀਅਰੈਂਸ and this is not just to me but to everyone it seems, even to the point of a phobic response। ਕਹਿੰਦਾ ਕਿ ਇਹ ਸਾਰੀ ਜਿਹੜੀ ਚੀਜ਼ ਆ ਆਲ ਪ੍ਰੈਜ਼ੈਂਟ, ਕਹਿੰਦਾ ਡਿਸਕਸਟਿੰਗ ਅਪੀਅਰੈਂਸ, ਸਾਰੀ ਚੀਜ਼ ਦੇਖ ਕੇ ਵੀ ਕਾਕਰੇਚ ਭੈੜਾ ਜਿਹਾ ਸੀ, ਡਰਾਵਣਾ। ਐਂਡ ਇਕੱਲਾ ਮੇਰੇ ਲਈ ਨਹੀਂ, ਕਹਿੰਦਾ ਸਾਰਿਆਂ ਵਾਸਤੇ ਲੱਗਦਾ ਮੈਨੂੰ ਵੀ ਸਾਰੇ ਜਾਣੇ ਕਿ ਇਸ ਚੀਜ਼ ਨੂੰ ਡਰਾਵਣੀ ਸਮਝਣਗੇ, ਫੋਬਿਕ ਰਿਸਪੌਂਸਿਵ। ਠੀਕ ਹੈ ਜੀ। ਸੋ ਨੈਕਸਟ ਹੈਗਾ ਦਿਸ ਇਜ਼ ਸਰਟਨਲੀ the overriding reason I want this creature totally eradicated from my apartment। ਕਹਿੰਦਾ ਇਹ ਚੀਜ਼ਾਂ ਨੇ ਜਿਨ੍ਹਾਂ ਦੇ ਰੀਜ਼ਨ ਕਰਕੇ ਮੈਂ ਕ੍ਰੀਏਚਰਸ ਨੂੰ ਬਾਹਰ ਕੱਢਣਾ ਚਾਹੁੰਦਾ ਆਪਣੇ ਅਪਾਰਟਮੈਂਟ ਤੋਂ। ਹੁਣ ਇਹਨਾਂ ਨੇ ਇੱਥੇ ਕੁਐਸਚਨ ਪਹਿਲੇ ਦੀ ਜੋ ਡਿਮਾਂਡ ਸੀ ਆਪਾਂ ਨੂੰ, ਉਹਨਾਂ ਦੇ ਵਿੱਚ ਕੀ ਕੀਤਾ ਸੀ ਕਿ ਕਿਹੜੇ ਕਾਰਨ ਸੀ ਕੋਕਰੇਚ ਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ। ਤੇ ਇੱਥੇ ਤੱਕ ਆਪਾਂ ਗੱਲ ਪੜ੍ਹ ਲਈ। ਤੇ ਨੈਕਸਟ ਉਹਦੇ ਪੈਰਾਗ੍ਰਾਫ ਦੇ ਵਿੱਚ ਉਹਨੇ ਗੱਲ ਕੀਤੀ ਕਿ ਮੈਂ ਆਪਣੇ ਅਪਾਰਟਮੈਂਟ ਚੋਂ ਕੱਢਣਾ ਚਾਹੁੰਦਾ। ਤੇ ਹੁਣ ਇਹਨਾਂ ਦੇ ਵਿੱਚ ਕੀ ਆ, ਉਹਦੇ ਆਨਸਰ ਕਿੱਥੋਂ ਪਤਾ ਲੱਗੂਗਾ ਆਪਣਾ? ਹੁਣ ਤੁਸੀਂ ਦੇਖੋ ਉਹਨੇ ਵੀ ਡਿਫੀਕਲਟੀ ਸ਼ਟਰਿੰਗ ਫੇਸ ਕੀਤਾ, ਕੰਬਦਾ ਪਿਆ ਸੀ। ਕ੍ਰੀਏਚਰਸ ਓਨਲੀ ਕੋਕਰੇਚ ਇਟਸ ਲਾਰਜ ਸਾਈਜ਼, ਉਹਦਾ ਲਾਰਜ ਸਾਈਜ਼ ਸੀ। ਐਂਟੀਨਾ, ਇਹ ਹੁਣ ਇਹ ਤਾਂ ਉਹਦੇ ਫੀਚਰ ਦੱਸ ਹੈ। ਆਲ ਪ੍ਰੈਜ਼ੈਂਟ ਪਾਰਟੀਕੂਲਰਲੀ ਡਿਸਕਸਟਿੰਗ ਅਪੀਅਰੈਂਸ, ਕਹਿੰਦਾ ਉਹਨੂੰ ਸਾਰਿਆਂ ਤੋਂ ਭੈੜਾ ਭੱਦਾ ਵਿਖਾਉਂਦਾ ਸੀ। ਸੋ ਆਨਸਰ ਕੀ ਹੈਗਾ ਇੱਥੇ? ਡਿਸਕਸਟਿੰਗ ਅਪੀਅਰੈਂਸ। ਕਿਹੜੀ ਚੀਜ਼ ਕਾਰਨ ਉਸ ਨੂੰ ਉਹ ਬਾਹਰ ਕੱਢਣਾ ਚਾਹੁੰਦਾ ਸੀ? ਹੋਰ ਤਾਂ ਕੋਈ ਤੱਥ ਦਿੱਤਾ ਹੀ ਨਹੀਂ ਉੱਥੇ ਨਾ, ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਕਾਕਰੇਚ ਸੀ ਉਹ ਡਰਾਵਣਾ ਸੀ, ਫੋਬਿਕ ਰਿਸਪੌਂਸ ਹੋਊਗਾ ਇਹਨੂੰ ਦੇਖ ਕੇ ਰੇਕਦਾ, ਤੇ ਉਹ ਕਿਸ ਕਾਰਨ ਕਰਕੇ ਉਹਨੂੰ ਬਾਹਰ ਕੱਢਣਾ, ਉਹਨੂੰ ਦੇਖਣ 'ਚ ਬਹੁਤ ਭੈੜਾ ਲੱਗਦਾ ਪਿਆ ਸੀ। ਸੋ ਨੈਕਸਟ ਕੁਐਸਚਨ ਜਿਹੜਾ ਦੇਖਦੇ ਆਪਾਂ, ਨੈਕਸਟ ਕੁਐਸਚਨ ਦੇਖੋ, ਵਾਟ ਹਿਊਮਨ ਐਸਪੈਕਟ ਟੂ ਦੇ ਇੰਡੇਂਜਰ। ਮੋਸਟ ਆਫ ਜਿਹੜੇ ਕੁਐਸਚਨ ਹੁੰਦੇ ਨੇ ਹਮੇਸ਼ਾ ਜਿਹੜੇ ਹੁੰਦੇ ਆ ਆਰਡਰਸ ਦੇ ਵਿੱਚ ਹੁੰਦੇ ਆ। ਸੋ ਜਦੋਂ ਵੀ ਤੁਸੀਂ ਪੜ੍ਹਦੇ ਹੋ ਸੀਕੁਐਂਸ ਦੇ ਵਿੱਚ ਤੁਹਾਨੂੰ ਮਿਲਣੇ ਆ। ਸੋ ਨੈਕਸਟ ਕੁਐਸਚਨ ਦਾ ਧਿਆਨ ਰੱਖ ਕੇ ਚੱਲਾਂਗੇ ਨਾਲ ਨਾਲ। ਸੋ ਅੱਗੇ ਪੜ੍ਹਦੇ ਹਾਂ। ਬਟ ਵਿਦ ਦੇਅਰ ਓਫੈਂਸਿਵ ਅਡੋਰ ਪੈਸਿਵ ਟਰਾਂਸਪੋਰਟੇਸ਼ਨ ਆਫ ਮਾਈਕਰੋਬੀਜ਼ ਐਂਡ ਟ੍ਰੇਲਸ ਆਫ ਡ੍ਰੌਪਿੰਗ। ਕਹਿੰਦਾ ਕਿ ਜਿਹੜੀ ਉਹਨਾਂ ਦੀ ਅਫੈਂਸਿਵ ਡੋਰ ਹੈ, ਜਿਹੜੀ ਅਡੋਰ ਆਉਂਦੀ ਹੈ, ਦੁਰਗੰਧ ਆਉਂਦੀ ਆ, ਪੈਸਿਵ ਟਰਾਂਸਪੋਰਟੇਸ਼ਨ ਆਫ ਮਾਈਕਰੋਬੀਜ਼, ਜਿਹੜੇ ਕੀਟਾਣੂ ਰੋਗਾਣੂ ਅੰਦਰ ਆਉਂਦੇ ਰਹਿੰਦੇ ਆ, ਜਾਂ ਫਿਰ ਕੋਈ ਚੀਜ਼ ਹੈ ਜਿਹੜੀ ਜਿਵੇਂ ਕੋਈ ਜਾਨਵਰ ਲੰਘ ਗਿਆ ਜਾਂ ਕੋਈ ਚੀਜ਼ ਲੰਘ ਗਈ ਜਾਂ ਆਪਾਂ ਲੰਘਦੇ ਤਾਂ ਉਹਦੇ ਦਾਗ ਪੈ ਜਾਂਦੇ ਆ। ਟ੍ਰੇਲਸ ਆਫ ਡ੍ਰੌਪਿੰਗ, ਕਿ ਜਿਵੇਂ ਰਾਹ ਬਣ ਜਾਂਦਾ ਡ੍ਰੌਪਸ ਦਾ। ਤਾਂ ਦੇ ਆਲਸੋ ਪੋਜ਼ ਅ ਡਿਸਟਿੰਕਟ ਥ੍ਰੈਟ ਟੂ ਡੋਮੈਸਟਿਕ ਹਾਈਜੀਨ। ਠੀਕ ਹੈ ਜੀ। ਉਹ ਹਮੇਸ਼ਾ ਕੀ ਕਰਦੇ ਆ? ਖਤਰਾ ਪਹੁੰਚਾਉਂਦੇ ਆ ਇਸ ਨੂੰ, ਡੋਮੈਸਟਿਕ ਹਾਈਜੀਨ ਨੂੰ, ਜਿਹੜਾ ਘਰੇਲੂ ਜਿਹੜਾ ਆਪਾਂ ਕਲੀਨਿੰਗਨੈਸ ਹੁੰਦੀ ਆ ਉਹਨੂੰ ਖਤਰਾ ਪਹੁੰਚਾਉਂਦੇ ਆ। ਸੋ ਕੁਐਸਚਨ ਦੇ ਵਿੱਚ ਕੀ ਸੀ? ਵਾਟ ਹਿਊਮਨ ਐਸਪੈਕਟ ਡੂ ਦੇ ਇੰਡੇਂਜਰ। ਇੰਡੇਂਜਰ ਕੀ ਖਤਰੇ ਦੇ ਵਿੱਚ ਕਿਹੜੀ ਚੀਜ਼ ਨੂੰ ਪਾਉਂਦੇ? ਇੱਧਰ ਕੀ ਦਿੱਤਾ ਹੋਇਆ ਉਹਨਾਂ ਨੇ? ਉਹ ਪੋਜ਼ ਕਰਦੇ ਆ। ਸੋ ਪੋਜ਼ ਕੀ ਕਰਦੇ ਆ? ਡਿਸਟਿੰਕਟ ਥ੍ਰੈਟ, ਕਿ ਵੱਖਰਾ ਇੱਕ ਖਤਰਾ ਪੈਦਾ ਕਰਦੇ ਕਿਸ ਨੂੰ? ਡੋਮੈਸਟਿਕ ਹਾਈਜੀਨ ਨੂੰ। ਸੋ ਆਪਣਾ ਆਨਸਰ ਆ ਗਿਆ ਡੋਮੈਸਟਿਕ ਹਾਈਜੀਨ। ਨੈਕਸਟ ਦੇਖਦੇ ਹਾਂ, ਕਲੀਅਰਲੀ ਕੋਹੈਬਿਟੇਸ਼ਨ ਇਜ਼ ਨੋਟ ਪੋਸੀਬਲ। ਕਹਿੰਦਾ ਕਿ
ਰਹਿਣ ਨਿਵਾਸ ਜਿਹੜਾ ਇਹਨਾਂ ਦਾ ਇਹ ਪੋਸੀਬਲ ਨਹੀਂ ਹੈਗਾ। ਸੋ ਆਈ ਡੂ ਆਲ ਆਈ ਕੈਨ ਟੂ ਕੀਪ ਦਿਸ ਪੈਸਟਸ ਅਵੇ। ਕਹਿੰਦਾ ਮੈਂ ਸਾਰੀ ਚੀਜ਼ਾਂ ਕਰ ਸਕਦਾ ਜਿਹੜੀ ਮੇਰੇ ਤੋਂ ਹੋ ਸਕਦੀਆਂ ਨੇ ਇਹਨਾਂ ਪੈਸਟ ਨੂੰ ਬਾਹਰ ਰੱਖਣ ਵਾਸਤੇ। ਫੂਡ ਇਜ਼ ਸਟੋਰਡ ਇਨ ਦਾ ਸੀਲਡ ਕੰਟੇਨਰਸ, ਗਾਰਬੇਜ ਕੈਨ ਹੈਵ ਟਾਈਟ ਲਿਡਸ। ਕਹਿੰਦਾ ਕੀ ਕਰਦਾ, ਫੂਡ ਜਿਹੜਾ ਸੀਲਡ ਕੰਟੇਨਰ 'ਚ ਸਟੋਰ ਕਰਦਾ, ਗਾਰਬੇਜ ਜਿਹੜਾ ਹੈਗਾ ਉਹਨੂੰ ਘੁੱਟ ਕੇ ਉੱਪਰ ਬੰਨ ਦਿੰਦੇ। ਜੋ ਗਾਰਬੇਜ ਜਿਹੜਾ ਪੈਕਟ ਹੁੰਦੇ, ਲਿਫਾਫੇ ਹੁੰਦੇ ਆ, ਉਹਨੂੰ ਲਿਡਸ ਨਾਲ ਬੰਨਿਆ ਜਾਂਦਾ। ਦੈਨ ਕਿ ਮਾਈ ਕਿਚਨ ਇਜ਼ ਕੈਪਟ ਸਪੋਟਲੈਸਲੀ ਕਲੀਨ। ਕਹਿੰਦਾ ਇੱਕ ਵੀ ਦਾਗ ਨਹੀਂ ਛੱਡਦਾ, ਜਿਹੜਾ ਕਿਚਨ ਆ ਪੂਰਾ ਸਾਫ਼ ਹੁੰਦਾ। ਮਾਈ ਅਪਾਰਟਮੈਂਟ ਸਵੈਪਟ ਐਂਡ ਮੋਪਡ। ਕਹਿੰਦਾ ਮੇਰਾ ਜਿਹੜਾ ਅਪਾਰਟਮੈਂਟ ਆ ਉਹ ਰੋਜ਼ ਝਾੜੂ ਲੱਗਦਾ ਹੈ ਤੇ ਪੋਚਾ ਵੀ ਲੱਗਦਾ ਨਾਈਟਲੀ, ਹਰ ਰਾਤ ਨੂੰ। ਸੋ ਆਈ ਹੈਵ ਆਲਸੋ ਸੀਲਡ ਅਪ ਪੋਸੀਬਲ ਐਂਟਰੀ। ਸਾਰੀਆਂ ਪੋਸੀਬਲ ਐਂਟਰੀਜ਼ ਬੰਦ ਕੀਤੀਆਂ ਨੇ, ਬਟ ਸਟਿਲ ਦਿਸ ਲੌਕ ਸਮ ਥਿੰਗਸ ਫਾਈਂਡ देयर ਵੇ ਇਨਸਾਈਡ, ਆਈ ਨੀਡ ਟੂ ਵੇ ਟੂ ਕਿਲ them। ਪਰ ਕਹਿੰਦਾ ਜਿਹੜੀਆਂ ਆ ਚੀਜ਼ਾਂ ਨੇ ਨਾ ਗੰਦੀਆਂ, ਹੇਟਫੁਲ, ਲੌਸਮ ਜਿਹੜਾ ਆਪਣਾ ਵਰਡ ਹੈ, ਇਹਦਾ ਜੋ ਸਿਨੋਨਿਮ ਹੈ ਇਸਨੂੰ ਆਪਾਂ ਤੁਸੀਂ ਹੇਟਫੁਲ ਵੀ ਯੂਜ਼ ਕਰ ਸਕਦੇ ਹੋ। ਕਹਿੰਦਾ ਵੀ ਜਿਹੜੀਆਂ ਕਿ ਹੇਟਫੁਲ ਚੀਜ਼ਾਂ ਨੇ ਇਹ ਆਪਣਾ ਰਾਹ ਲੱਭ ਲੈਂਦੀਆਂ ਨੇ ਤੇ ਆਈ ਨੀਡ ਟੂ ਵੇ ਟੂ ਕਿਲ them। ਕਹਿੰਦਾ ਮੈਨੂੰ ਜ਼ਰੂਰਤ ਹੈ ਇੱਕ ਆਈਡੀਆ ਇਹਨੂੰ ਮਾਰਨ ਦੀ। ਹੁਣ ਹਾਲੇ ਇਨਸੈਕਟ ਦੀ ਕੋਈ ਗੱਲ ਨਹੀਂ ਹੋਈ ਸੀ। ਬੈਸਟ ਇਨਸੈਕਟ ਕਿਲਰ ਹਾਲੇ ਦੱਸਿਆ ਨਹੀਂ ਉਹਨਾਂ ਨੇ। ਦ ਮੋਸਟ ਪ੍ਰਸਾਈਜ਼ ਕੋਕਰੇਚ ਕਿਲਰ ਇਜ਼, ਆ ਗਿਆ ਜੀ ਉਹੀ ਗੱਲ ਹੋ ਗਈ। ਕਹਿੰਦਾ ਕਿ ਸਭ ਤੋਂ ਜ਼ਰੂਰੀ ਕੋਕਰੇਚ ਕਿਲਰ, ਪ੍ਰਸਾਈਜ਼ ਕੀ ਹੈ, ਮੇਨ, ਇਜ਼ ਟਿਪੀਕਲੀ ਪੱਕੇ ਤੌਰ ਤੇ ਅਨਦਰ ਇਨਸੈਕਟਸ, ਜਿਹੜਾ ਦੂਸਰੇ ਕੀੜੇ ਨੂੰ ਮਾਰਨ, ਅਨਦਰ ਇਨਸੈਕਟ ਉਹ ਵੀ ਇੱਕ ਕੀੜਾ ਹੈ। a specific species of wasp targets these creatures। ਇੱਕ ਸਪੈਸੀਫਿਕ ਸਪੀਸੀਜ਼ ਆ ਕਿ ਪ੍ਰਜਾਤੀ ਆ, ਜਿਹੜੇ ਕੀੜੇ ਆ ਭੂੰਡ ਹੁੰਦੇ ਆ ਵਾਸਪ, ਉਹ ਟਾਰਗੇਟ ਕਿਹਨੂੰ ਕਰਦੇ ਆ, ਕ੍ਰੀਚਰਸ ਨੂੰ, ਇਹਨਾਂ ਕੋਕਰੇਚਸ ਨੂੰ। ਵਿਦ ਅ ਕੁਇਕ ਐਕੂਰੇਟ ਸਵੂਪ, ਆਪਣੇ ਡੰਗ ਨਾਲ ਇੱਕ ਪੂਰਾ ਪਰਫੈਕਟ ਡੰਗ ਮਾਰਦਾ ਹੈ। ਬਾਈਟ ਕਿੱਥੇ ਕਰਦੇ, ਇਟ ਬਾਈਟਸ ਦਾ ਕੋਕਰੇਚ ਐਟ ਦਾ ਮੇਨ ਨਰਵ ਸੈਂਟਰ ਆਫ ਇਟਸ ਬੋਡੀ। ਮੇਨ ਨਰਵ ਸਿਸਟਮ ਤੇ ਕਹਿੰਦੇ ਜਿਹੜਾ ਕਿ ਡੰਗ ਮਾਰਦੇ ਵਿੱਚ ਰਿਜ਼ਲਟ ਇਨ ਦਾ ਟੈਂਪਰੇਰੀ ਪੈਰਾਲਾਈਜ਼ਡ, ਜਿਹਦੇ ਨਾਲ ਕੀ ਹੁੰਦਾ ਕਿ ਟੈਂਪਰੇਰੀ ਤੌਰ ਤੇ ਕੋਕਰੇਚ ਪੈਰਾਲਾਈਜ਼ ਹੋ ਜਾਂਦਾ। ਦਿਸ ਇਜ਼ ਵੈਰੀ ਨੈਸੈਸਰੀ ਐਜ਼ ਵੈਲ ਨੋ ਜਸਟ ਹਾਊ ਫਾਸਟ ਕੋਕਰੇਚਸ ਕੈਨ ਰਨ। ਕਿਉਂਕਿ ਕਹਿੰਦੇ ਬੜਾ ਜ਼ਰੂਰੀ ਹੈ, ਕਿਉਂਕਿ ਸਾਰੇ ਜਾਣਦੇ ਆ ਕਿ ਕੋਕਰੇਚ ਬੜੀ ਤੇਜ਼ੀ ਨਾਲ ਭੱਜ ਸਕਦੇ ਆ। ਦ ਵਾਸਪ ਹੈਜ਼ ਓਨਲੀ ਅ ਫਿਊ ਮਿੰਟਸ ਟੂ ਪ੍ਰਪੇਅਰ ਇਟਸ ਨੈਕਸਟ ਸਟਿੰਗ। ਕਹਿੰਦਾ ਇਸ ਨੂੰ ਵਾਸਪ ਕੋਲ ਥੋੜਾ ਜਿਹਾ ਟਾਈਮ ਹੁੰਦਾ ਦੁਬਾਰਾ ਜਿਹੜਾ ਡੰਗ ਪ੍ਰਪੇਅਰ ਕਰ ਲੈਂਦਾ। ਇਨ ਦਾ ਐਗਜ਼ੈਕਟ ਏਰੀਆ ਆਫ ਦਾ ਬ੍ਰੇਨ ਵਿੱਚ ਕੰਟਰੋਲ ਦਾ ਕੋਕਰੇਚਸ ਇਨਸਟਿੰਕਟ ਟੂ ਸਕੇਪ। ਤਾਂ ਜਿਹੜਾ ਕਿ ਕੰਟਰੋਲ ਕਰ ਲੈਂਦਾ ਜਿਹੜਾ ਕੋਕਰੇਚ ਦਾ ਬ੍ਰੇਨ, ਤੇ ਉਹਦੇ ਚਾਂਸਸ ਜਿਹੜੇ ਆ ਉਹ ਘਟਾ ਦਿੰਦੇ ਆ। ਨੈਕਸਟ ਕੀ ਹੈ, ਆਫਟਰ ਦਾ ਪੈਰਾਲਾਈਸਿਸ ਡਿਪਾਰਟਸ ਦ ਕੋਕਰੇਚ ਇਜ਼ ਸਬਡਿਊਡਡ ਐਂਡ ਡਿਸਾਈਲ ਐਂਡ ਡੂਮਡ। ਕਹਿੰਦਾ ਕਿ ਉਹ ਸੁੰਨ ਜਿਹਾ ਹੋ ਜਾਂਦਾ ਹੈ, ਜਿਵੇਂ ਲਾਈਕ ਵੀ ਬਸ ਹਿੱਲਣਾ ਜੁਲਣਾ ਛੱਡ ਦਿੰਦਾ। ਸੋ ਉੱਥੇ ਕੀ ਕਰਦਾ, ਵਾਸਪ ਬਾਈਟਸ ਆਫ ਦਾ ਐਂਟੀਨਾ ਟੂ ਫਰਦਰ ਡਿਸਕੋਰਜ ਫਲਾਈਟ। ਵਾਸਪ ਕੀ ਕਰ ਦਿੰਦੇ, ਐਂਟੀਨੇ ਤੋੜ ਦਿੰਦਾ, ਜਿਹਦੇ ਨਾਲ ਕਿ ਉੱਡ ਨਾ ਸਕੇ ਜਾਂ ਉਹਨੂੰ ਕੁਛ ਜਿਹੜੇ ਕਿ ਉਸ ਆਪਣਾ ਕੰਮ ਵਰਕ ਨਾ ਕਰ ਸਕੇ। ਦੈਨ ਡਰੈਗਸ ਇਟਸ ਵਿਕਟਮ ਅਵੇ, ਤੇ ਆਪਣੇ ਨਾਲ ਫਿਰ ਲੈ ਜਾਂਦਾ ਹੈ, ਮਤਲਬ ਉਹਨੂੰ ਖਾ ਲੈਂਦਾ ਹੈ। ਵਿਚ ਇਨਸੈਕਟ ਇਜ਼ ਦਾ ਬੈਸਟ ਕੋਕਰੇਚ ਕਿਲਰ। ਸੋ ਇੱਥੇ ਆਨਸਰ ਕੀ ਆ ਗਿਆ, ਵਾਸਪ। ਵਾਟ ਕੈਨ ਕੋਕਰੇਚਸ ਡੂ ਟੂ ਈਜ਼ੀਲੀ ਹਾਈਡ। ਹੁਣ ਕਿਹਦੀ ਚੀਜ਼ ਨਾਲ ਜਲਦੀ ਉਹ ਆਪਾਂ ਨੂੰ ਹਾਈਡ ਕਰ ਲੈਂਦੇ ਆ। ਫੇਸਡ ਵਿਦ ਸੱਚ ਪ੍ਰੈਡੇਸ਼ਨ ਕੋਕਰੇਚਸ ਯੂਜ਼ਲੀ ਕਨਸੀਲ ਥੈਮਸੈਲਵਸ ਡਿਊਰਿੰਗ ਦਾ ਡੇ। ਕਹਿੰਦਾ ਕਿ ਇਹ ਚੀਜ਼ਾਂ ਖਤਰੇ ਦੇ ਕਰਕੇ ਨਾ ਕੋਕਰੇਚ ਕੀ ਕਰਦੇ ਆ, ਅਕਸਰ ਆਪਣੇ ਆਪ ਨੂੰ ਲੁਕੋ ਲੈਂਦੇ ਆ ਡਿਊਰਿੰਗ ਦਾ ਡੇ, ਦਿਨ ਦੇ ਟਾਈਮ। ਵਿਦ ਦੇਅਰ ਐਬਿਲਿਟੀ ਫਲੈਟਨ ਦੇਅਰ ਬੋਡੀਜ਼। ਤਾਂ ਐਬਿਲਿਟੀ ਉਹਨਾਂ ਕੋਲ ਕੀ, ਸਕਿੱਲ ਕੀ ਆ, ਉਹ ਆਪਣੀ ਬਾਡੀ ਨੂੰ ਚਪਟਾ ਕਰ ਲੈਂਦੇ, ਪਤਲਾ ਕਰ ਲੈਂਦੇ ਆ। ਸੋ ਵਾਟ ਕੈਨ ਕੋਕਰੇਚਸ ਡੂ ਈਜ਼ੀਲੀ ਹਾਈਡ, ਕਿੱਦਾਂ ਕਰ ਸਕਦੇ ਆ, ਐਬਿਲਿਟੀ। ਸੋ ਕੈਨ ਡੂ, ਸੋ ਇੱਥੇ ਕੀ ਆ ਆਨਸਰ, ਫਲੈਟਨ ਦੇਅਰ ਬੋਡੀਜ਼, ਕਿ ਉਹ ਆਪਣੀ ਬਾਡੀਜ਼ ਨੂੰ ਪਤਲਾ ਕਰ ਲੈਂਦੇ, ਲਾਈਕ ਚਪਟਾ ਕਰ ਲੈਂਦੇ ਆ, ਤੇ ਉਹ ਈਜ਼ੀਲੀ ਕਿਸੇ ਨਾ ਕਿਸੇ ਨੋਕ 'ਚ ਵੜ ਜਾਂਦੇ। ਦੇ ਕੈਨ ਡਿਸਪੀਅਰ ਇਨਟੂ ਜਸਟ ਅਬਾਊਟ ਆ ਐਨੀ ਟਾਈਨੀ ਨੋਕ। ਤਾਂ ਇਹਦੇ ਵਿੱਚ ਦੱਸਿਆ ਇਸ ਦੀ ਵੀ ਗੱਲ ਕਿ ਉਹ ਡਿਸਪੀਅਰ ਹੋ ਜਾਂਦਾ ਜਲਦੀ ਜਲਦੀ, ਕਿਹਦੇ ਵਿੱਚ, ਕੋਈ ਮਾੜੀ ਜਿਹੀ ਨੁੱਕਰ ਮਿਲ ਗਈ ਉਹਦੇ ਵਿੱਚ ਵੀ। ਕਰਸੀਵ ਐਂਡ ਕਰੈਨੀ, ਕੋਈ ਦਰਾਰ, ਕੋਈ ਤਰੇੜ ਜਿੱਥੇ ਮਿਲ ਗਈ ਉਹਦੇ ਵਿੱਚ ਵੜ ਜਾਂਦੇ ਨੇ। ਦੇਅਰ ਦੇ ਵੇਟ ਪੇਸ਼ੈਂਟਲੀ ਫੋਰ ਡਾਰਕਨੈਸ ਬਿਫੋਰ ਐਮਰਜਿੰਗ ਟੂ ਸਰਚ ਫੋਰ ਫੂਡ। ਕਹਿੰਦਾ ਵੀ ਖਾਣੇ ਦੀ ਭਾਲ ਦੇ ਵਿੱਚ ਉਹ ਲੰਬੀ ਵੇਟ ਕਰ ਸਕਦੇ ਡਾਰਕਨੈਸ ਦੇ ਵਿੱਚ, ਜਿੰਨਾ ਚਿਰ ਰਾਤ ਨਹੀਂ ਪੈਂਦੀ ਉਹਨਾਂ ਚਿਰ ਉੱਥੇ ਵੀ ਲੁਕੇ ਰਹਿੰਦੇ ਆ। ਐਂਡ ਸਰਚ ਫੋਰ ਫੂਡ ਐਂਡ ਵਿਲ ਯੂਜ਼ਲੀ ਰਨ ਅਵੇ ਵੈਨ ਐਕਸਪੋਜ਼ ਦਾ ਲਾਈਟ। ਜਦੋਂ ਵੀ ਲਾਈਟ ਜਗਾਉਂਦੇ ਆਪਾਂ ਅਕਸਰ ਤਾਂ ਉਹ ਭੱਜ ਜਾਂਦੇ ਆ। ਗਿਵਨ ਦਿਸ ਆਈ ਐਮ ਟੋਲਡ ਦੈਟ ਦ ਸਲਿਮ ਐਂਡ ਅਗਾਇਲ ਹਾਊਸ ਸੈਂਟੀਪੇਡ ਇਜ਼ ਅ ਪ੍ਰੋਬੇਬਲੀ ਦਾ ਮੋਸਟ ਇਫੈਕਟਿਵ ਕੋਕਰੇਚ ਪ੍ਰੀਡੇਟਰ। ਕਹਿੰਦਾ ਕਿ ਮੈਂ ਦੱਸ ਚੁੱਕਿਆ, ਕਹਿੰਦਾ ਆਮ ਟੋਲਡ ਦ ਸਲਿਮ ਐਂਡ ਅਗਾਇਲ, ਕਹਿੰਦਾ ਕਿ ਜਿਹੜਾ ਕਿ ਸੈਂਟੀਪੇਡ ਹੈ ਉਹ ਬੜਾ ਤੇਜ਼ ਹੁੰਦਾ ਹੈ, ਠੀਕ ਹੈ ਜੀ, ਸਲਿਮ ਹੈ, ਪਤਲਾ ਹੈ, ਤੇ ਪ੍ਰੋਬੇਬਲੀ ਕੀ ਹੈ, ਮੋਸਟ ਇਫੈਕਟਿਵ ਕੋਕਰੇਚ ਪ੍ਰੀਡੇਟਰ। ਇਹ ਵੀ ਇੱਕ ਸ਼ਿਕਾਰੀ ਹੈ ਜਿਹੜਾ ਕੋਕਰੇਚਸ ਨੂੰ ਮਾਰਦਾ, ਏਬਲ ਟੂ ਟਰੈਕ ਡਾਊਨ ਐਂਡ ਰੂਟ ਆਊਟ
ਮੋਸਟ ਕੇਅਰਫੁਲੀ ਹਿਡਨ ਪ੍ਰੇ, ਜਿਹੜੇ ਲੁਕੇ ਹੁੰਦੇ ਉਹਨਾਂ ਨੂੰ ਬਾਹਰ ਕੱਢ ਲਿਆਉਂਦਾ, ਜੇ ਖੂੰਜਿਆਂ ਜਾਂ ਕਿਤੇ ਵੀ ਉਹ ਪਤਲਾ ਹੁੰਦਾ ਸਿੱਧਾ ਉੱਥੇ ਪਹੁੰਚ ਜਾਂਦਾ ਹੈ। ਅਨਫੋਰਚੂਨੇਟਲੀ ਆਈ ਵੁੱਡ ਸੇ ਦੈਟ ਸੈਂਟੀਪੀਡਸ ਆਰ ਈਵਨ ਮੋਰ ਡਿਸਗਸਟਿੰਗ, ਕਹਿੰਦਾ ਕਿ ਅਨਫੋਰਚੂਨੇਟਲੀ ਕੀ ਕਹਿੰਦਾ ਕਿ ਲਾਈਕ, ਪਰ ਆਖਰਕਾਰ ਮੈਂ ਕੀ ਕਹੂੰਗਾ, ਕਹਿੰਦਾ ਵੀ ਇਹ ਵੀ ਸੈਂਟੀਪੀਡਸ ਨੇ ਜਿਹੜੇ ਇਸ ਤੋਂ ਵੀ ਗੰਦੇ ਆ। ਸੋ ਇਫ ਦੈਟਸ ਪੋਸੀਬਲ ਆਈ ਜਸਟ ਕਾਂਟ ਵਿਨ ਦਿਸ ਗੇਮ, ਕਹਿੰਦਾ ਜੇ ਇਹ ਵੀ ਪੋਸੀਬਲ ਹੋ ਜੇ ਤਾਂ ਮੈਂ ਕਦੇ ਗੇਮ ਨਹੀਂ ਜਿੱਤ ਸਕਦਾ। ਠੀਕ ਹੈ ਜੀ, ਐਂਡ ਕੈਨ ਯੂ ਵਿਨ, ਕੋਈ ਜਿੱਤ ਸਕਦਾ ਹੈ। ਹੁਣ ਆਪਣੇ 4 ਕੁਐਸਚਨ ਆਪਣੇ ਨਾਰਮਲ ਹੋ ਗਏ ਸੀ। ਫਸਟ ਇਹਦਾ ਆਥਰ ਫਾਈਂਡ ਕੋਕਰੇਚਸ ਆਰ ਮੋਰ ਰਿਪਲਸਿਵ ਦੈਨ ਸੈਂਟੀਪੀਡਸ, ਪਰ ਇੱਧਰ ਕੀ ਗੱਲ ਕੀਤੀ ਉਹਨੇ, ਕਹਿੰਦਾ ਕਿ ਕੋਕਰੇਚਸ ਪ੍ਰੀਡੇਟਰ ਹੈ, ਆਈ ਵੁੱਡ ਸੇ ਸੈਂਟੀਪੀਡਸ ਆਰ ਈਵਨ ਮੋਰ ਡਿਸਗਸਟਿੰਗ, ਉਲਟ ਗਈ ਦੀ ਗੱਲ। ਤਾਂ ਇੱਥੇ ਕੀ ਹੋ ਗਿਆ, ਕੰਟਰਾਡਿਕਸ਼ਨ ਹੋ ਗਿਆ। ਸੋ ਆਨਸਰ ਕੀ ਹੋ ਜਾਊਗਾ ਇੱਥੇ, ਫਾਲਸ। ਇਹ ਕਹਿੰਦੇ ਕੋਕਰੇਚ ਜ਼ਿਆਦਾ ਬੁਰੇ ਸੈਂਟੀਪੀਡ ਨਾਲੋਂ, ਕਹਿੰਦੇ ਸੈਂਟੀਪੀਡ ਇਦੋਂ ਵੀ ਬੁਰਾ ਹੈ ਕੋਕਰੇਚਸ ਨਾਲੋਂ। ਠੀਕ ਹੈ ਜੀ, ਨੈਕਸਟ ਕੁਐਸਚਨ ਹੈਗਾ ਕੋਕਰੇਚਸ ਲਿਵ ਲੌਂਗਰ ਦੈਨ ਮੈਨੀ ਅਦਰ ਇਨਸੈਕਟਸ, ਜਿਹੜੇ ਕੋਕਰੇਚਸ ਨੇ ਉਹ ਲੰਬਾ ਜੀ ਸਕਦੇ ਆ ਹੋਰ ਕੀੜੇ ਮਕੌੜਿਆਂ ਦੇ ਨਾਲੋਂ। ਸੋ ਆਪਾਂ ਪੜ੍ਹਦੇ ਤਾਂ ਇਸ ਇਨਸੈਕਟਸ ਆਰ ਜਸਟ ਏਬਲ ਟੂ ਹਾਰਡੀਐਸਟ ਔਨ ਦਾ ਪਲੈਨਟ, ਕਹਿੰਦਾ ਕਿ ਜਿਹੜੇ ਅਬਾਊਟ ਸਮ ਕੈਨ ਵੇਟ ਫੋਰ ਅਪ ਟੂ 3 ਮੰਥਸ ਬਿਫੋਰ ਮੀਲਸ, ਜਿਹੜੇ ਕਿ ਹਾਰਡੈਸਟ ਸਿਚੁਏਸ਼ਨ ਦੇ ਵਿੱਚ ਵੀ ਰਹਿ ਸਕਦੇ, ਬਾਰੇ ਗੱਲ ਹੈ ਔਨ ਦਾ ਪਲੈਨਟ। ਸਮ ਕੈਨ ਵੇਟ, ਕਹਿੰਦਾ 3 ਮਹੀਨੇ ਤੱਕ ਵੀ ਆਪਣੀ ਜਿਹੜੇ ਖਾਣੇ ਦੀ ਭਾਲ ਦੇ ਵਿੱਚ ਵੀ ਵੇਟ ਕਰ ਸਕਦੇ। ਸਮ ਕੈਨ ਸਰਵਾਈਵ ਔਨ ਦਾ ਬੇਅਰਸਟ ਆਫ ਦਾ ਨਿਊਟ੍ਰੀਸ਼ਨ, ਕਹਿੰਦਾ ਜਮਾ ਥੋੜੇ ਜਿਹੇ ਖਾਣ ਨਾਲ ਵੀ ਜਿੰਦੇ ਰਹਿ ਸਕਦੇ, ਥੋੜੀ ਚੀਜ਼ ਖਾ ਕੇ। ਸੱਚ ਐਸ ਦਾ ਗਲੂ ਔਨ ਦਾ ਬੈਕ ਆਫ ਦਾ ਪੋਸਟੇਜ ਸਟੈਂਪ, ਜਦੋਂ ਆਪਾਂ ਸਟੈਂਪਾਂ ਬਣਾਉਂਦੇ ਹਾਂ, ਜਿਹੜੀ ਸਟੈਂਪਸ ਹੁੰਦੀਆਂ ਨੇ ਮੋਹਰਾਂ, ਉਹਨਾਂ ਦੇ ਪਿੱਛੇ ਗੂੰਦ ਲੱਗੀ ਹੁੰਦੀ, ਕਈ ਵਾਰ ਆਪਾਂ ਸੁੱਟ ਦਿੰਦੇ ਹਾਂ ਹੇਠ, ਤਾਂ ਉਹ ਵੀ ਇਹਨਾਂ ਨੂੰ ਫਸ ਜੇ ਤਾਂ ਉਹਨੂੰ ਵੀ ਮਾੜਾ ਜਿਹਾ ਖਾ ਕੇ ਉਹਦਾ ਵੀ ਗੁਜ਼ਾਰਾ ਕਰ ਸਕਦੇ ਆ। ਐਂਡ ਸਮ ਕੈਨ ਲਿਵ ਵਿਦਆਊਟ ਏਅਰ ਫੋਰ ਓਵਰ ਹਾਫ ਐਨ ਆਰ, ਕਹਿੰਦਾ ਅੱਧੇ ਘੰਟੇ ਤੱਕ ਵੀ ਕੀ ਕਹਿੰਦੇ ਨੇ ਇਹ ਬਿਨਾਂ ਸਾਹ ਤੋਂ ਵੀ ਰਹਿ ਸਕਦੇ ਆ। ਦੇ ਡੂ ਨੋਟ ਹਾਊਐਵਰ ਹੈਂਡਲ ਕੋਲਡ ਵੈਦਰ ਵੈਲ, ਕਹਿੰਦੇ ਕਿ ਜਦ ਕਿ ਇਹ ਕੋਲਡ ਵੈਦਰ ਜਿਹੜੀਆਂ ਨੇ ਉਹਨੂੰ ਜਿਹੜਾ ਕਿ ਅਬਜ਼ੌਰਬ ਨਹੀਂ ਕਰਦੇ, ਪਰ ਪ੍ਰੈਫਰਿੰਗ ਅ ਵਾਰਮ ਕੰਡੀਸ਼ਨਸ ਐਂਡ ਸਿਕਿਉਰਿਟੀ ਫਾਊਂਡ ਵਿਦਿਨ ਬਿਲਡਿੰਗਸ। ਠੀਕ ਹੈ ਜੀ, ਸੋ ਇਹ ਪ੍ਰੈਫਰ ਕੀ ਕਰਦੇ ਆ, ਵਾਰਮ ਕੰਡੀਸ਼ਨਸ, ਤੇ ਬਿਲਡਿੰਗ ਦੇ ਵਿੱਚ ਸਿਕਿਉਰਿਟੀ ਜਿਹੜੀ ਇਹ ਭਾਲਦੇ ਚੀਜ਼ ਦੇ ਉੱਪਰ, ਤੇ ਵਾਰਮ ਕੰਡੀਸ਼ਨਸ ਦੇ ਵਿੱਚ ਹੀ ਰਹਿਣਾ ਪਸੰਦ ਕਰਦੇ। ਹਿਡਨ ਦੇਅਰ ਦ ਫੀਮੇਲ ਲੇਜ਼ ਐਗ ਕੈਪਸੂਲਸ ਕੰਟੇਨਿੰਗ ਅਰਾਊਂਡ 40 ਐਗਸ with the insects relatively long lifespan about a year। ਠੀਕ ਹੈ ਜੀ, ਤਾਂ ਕਹਿੰਦਾ ਕਿ ਜਿਹੜੀਆਂ ਫੀਮੇਲਸ ਨੇ ਉਹ 40 ਐਗ ਦਿੰਦੀਆਂ ਨੇ ਅਰਾਊਂਡ ਇੱਕ ਵਾਰ ਦੇ ਵਿੱਚ, ਤੇ ਇਨਸੈਕਟਸ ਦੇ ਰਿਲੇਟਿਵਲੀ ਕਹਿੰਦਾ ਜੇ ਕੀੜੇ ਮਕੌੜਿਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਸਭ ਤੋਂ ਲੰਬਾ ਉਮਰ ਹੈ, ਲਾਈਫ ਸਪੈਨ ਹੈ ਲੌਂਗ। ਸਮ 300 to 400 ਆਫ ਸਪਰਿੰਗ ਕੈਨ ਅਲਟੀਮੇਟਲੀ ਵੀ ਪ੍ਰੋਡਿਊਸ, ਕਹਿੰਦੇ ਕਿ ਆਪਣੇ ਜਿਹੜੇ ਕਿ 300-400 ਬੱਚੇ ਪੈਦਾ ਕਰ ਸਕਦੇ। ਦ ਰਿਜ਼ਲਟ ਵਨਸ ਇਨਸੈਕਟਸ ਹੈਵ ਇਨਫੈਸਟਡ ਅ ਬਿਲਡਿੰਗ ਦੇ ਆਰ ਵੈਰੀ ਡਿਫੀਕਲਟ ਟੂ ਰੈਡੀਕੇਟਡ, ਜੇ ਇੱਕ ਵਾਰ ਵੀ ਰਿਜ਼ਲਟ ਕੀ ਹੈ, ਕਹਿੰਦਾ ਕਨਕਲੂਜਨ ਦੇ ਵਿੱਚ, ਜੇਕਰ ਕੋਈ ਵੀ ਕਹਿੰਦਾ ਇੱਕ ਵਾਰੀ ਕਾਕਰੋਚ ਐਂਟਰ ਕਰ ਗਏ ਇਹ ਬਿਲਡਿੰਗ 'ਚ, ਇਹ ਬੜੇ ਔਖੇ ਆ ਬਾਹਰ ਕੱਢਣੇ। ਕਾਕਰੋਚਸ ਹੈ ਲਿਵ ਲੌਂਗਰ ਦੈਨ ਮੈਨੀ ਅਦਰ ਇਨਸੈਕਟਸ, ਹਾਂ ਜੋ ਰਿਲੇਟਿਵਲੀ ਉਹ ਕਹਿੰਦਾ ਉਹਨਾਂ ਨੇ ਗੱਲ ਕਿ ਕੰਪੈਰੀਜ਼ਨ ਕਰਤਾ ਕਿ ਬਾਕੀਆਂ ਦੇ ਨਾਲੋਂ ਇਹਨਾਂ ਦਾ ਲਾਈਫ ਸਪੈਨ ਕੀ ਹੈ, ਲੰਬਾ ਹੈ। ਸੋ ਆਨਸਰ ਕੀ ਹੋ ਗਿਆ ਇੱਥੇ ਫਿਰ, ਟਰੂ। Cockroaches do however have some subtleties, ਕਹਿੰਦਾ ਕੋਕਰੇਚਸ ਦੇ ਕੁਝ ਬਰੀਕੀਆਂ, ਕੁਝ ਗੁਣ ਨੇ। ਦੇ ਲੀਵ ਕੈਮੀਕਲ ਮੈਸੇਜ ਇਨ देयर ਡ੍ਰੌਪਿੰਗ ਐਜ਼ ਵੈਲ ਐਜ਼ ਮੇਟ 에ਅਰਬੋਰਨ hormones to signal other cockroaches about sources of food and water। ਕੋਕਰੇਚਸ ਦੇ ਵਿੱਚ ਕੁਝ ਗੁਣ ਨੇ ਜਾਂ ਆਪਣੇ ਫੀਚਰਸ ਨੇ ਜਿਨ੍ਹਾਂ ਨਾਲ ਕੀ ਹੈ, ਕੈਮੀਕਲ ਮੈਸੇਜ ਛੱਡਦੇ ਆ। ਕੈਮੀਕਲ ਮੈਸੇਜ ਕਿਵੇਂ ਛੱਡਦੇ ਆ, ਬੂੰਦਾਂ ਦੇ ਰਾਹੀਂ ਜਿੱਥੋਂ ਲੰਘ ਗਈ ਉੱਥੇ ਦਾਗ ਜਿਵੇਂ ਪੈ ਗਏ ਪਿੱਛੋਂ ਨਿਸ਼ਾਨਾਂ ਤੋਂ ਪਤਾ ਲੱਗ ਜਾਂਦਾ। ਐਜ਼ ਵੈਲ ਐਜ਼ ਮਿਟ 에ਅਰਬੋਰਨ, ਨਾਲ ਹੀ ਕੀ ਕਹਿੰਦੇ ਆ, ਕਹਿੰਦੇ ਹਵਾ ਦੇ ਵਿੱਚ ਵੀ ਸਿਗਨਲ ਛੱਡਦੇ, ਫੋਰਮੋਨਸ ਕਰਦੇ, 에ਅਰਬੋਰਨ ਫੋਰਮੋਨਸ। ਸੋ ਸਿਗਨਲ ਕਾਕਰੋਚਸ ਬਟ ਸੋਰਸ ਵੀ ਇੱਥੇ ਭੋਜਨ ਮਿਲ ਗਿਆ ਜਾਂ ਪਾਣੀ ਦੀ ਚੀਜ਼ ਮਿਲ ਗਈ। ਐਂਡ ਅਲਰਟ ਦੈਮ देयर ਓਨ ਪ੍ਰੈਜ਼ੈਂਸ, ਅਲਰਟ ਕਰ ਦਿੰਦੇ ਆ ਆਪਣੀ ਖੁਦ ਦੀ ਪ੍ਰੈਜ਼ੈਂਸ ਨੂੰ ਵੀ ਅਸੀਂ ਇੱਥੇ ਹੈਗੇ ਆ। ਦਾ ਲੈਟਰ ਇਜ਼ ਮੋਰ ਇੰਪੋਰਟੈਂਟ ਫੋਰ ਥੀਸ ਇਨਸੈਕਟਸ ਆਰ ਐਕਚੁਅਲੀ ਸਮਵਟ ਗਰਜੇਰੀਅਸ। ਰਿਸਰਚ ਹੈਜ਼ shown that cockroaches make group based decisions and tend to cooperate। ਤੇ ਉਹ ਕੀ ਕਰਦੇ, ਸਹਿਯੋਗ ਦੀ ਜਿਹੜੀ ਹੈ ਡਿਮਾਂਡ ਕਰਦੇ ਆ, ਉਹਨਾਂ ਨੂੰ ਪਸੰਦ ਹੈ ਕਿ ਸਹਿਯੋਗ ਨਾਲ ਚੱਲਣਾ, ਭਾਈਚਾਰਾ ਬਣਾ ਕੇ ਰੱਖਦੇ ਆ। ਸੋ ਆਪਾਂ ਇਹ ਕਹਿ ਸਕਦੇ ਹਾਂ ਇਸ ਦੇ ਵਿੱਚ। ਤੇ ਆਪਣਾ ਹੁਣ ਇਹਦੇ ਵਿੱਚ ਕੀ ਕਹਿੰਦੇ, ਗੁਣ ਨੇ, ਤੇ ਉਹ ਆਪਣੇ ਕੈਮੀਕਲਸ ਨਾਲ ਮੈਸੇਜ ਛੱਡਦੇ ਆ ਜਾਂ ਫਿਰ 에ਅਰਬੋਰਨ ਜਿਹੜੇ ਹੈ ਕਿ ਉਹਦੇ ਨਾਲ ਦੱਸਦੇ। ਹੁਣ ਕੋਕਰੋਚ ਯੂਜ਼ ਡੈਸ਼ ਇਨ ਦਾ 에ਅਰ ਕਮਿਊਨੀਕੇਟ, ਹਵਾ ਦੇ ਵਿੱਚ ਕਮਿਊਨੀਕੇਟ ਕਰਨ ਵਾਸਤੇ ਕੀ ਕਰਦੇ ਆ। ਇੱਥੇ ਉਹਨਾਂ ਨੇ ਕੀ ਗੱਲ ਕੀਤੀ, ਅਮਿਟ 에ਅਰਬੋਰਨ। ਠੀਕ ਹੈ ਜੀ, ਸੋ ਆਪਾਂ ਇੱਥੇ ਆਨਸਰ ਕੀ ਕਰ ਸਕਦੇ ਆ, ਇੱਥੇ ਉਹਨਾਂ ਨੇ ਗੱਲ ਕੀਤੀ ਆ 에ਅਰਬੋਰਨ ਜਿਹੜੇ ਛੱਡਦੇ ਆ ਫੋਰਮੋਨਸ। ਠੀਕ ਹੈ ਜੀ,
ਸੋ ਇੱਧਰ ਉਹਨਾਂ ਨੇ 에ਅਰ ਪਹਿਲਾਂ ਹੀ ਦਿੱਤਾ ਹੋਇਆ ਹੈ, 에ਅਰ ਟੂ ਕਮਿਊਨੀਕੇਟ। ਤਾਂ ਫੋਰਮੋਨਸ ਜਿਹੜੇ ਆ ਸਿਗਨਲ ਦਿੰਦੇ, ਫੋਰਮੋਨਸ ਟੂ ਸਿਗਨਲਸ। ਤਾਂ ਫੋਰਮੋਨਸ ਕੋਈ ਡਿਮਾਂਡ ਅੱਖਰ ਦਾ ਵਰਡ ਆ, ਜਿਹੜੀ ਚੀਜ਼ ਉਹ ਕਰਦੇ ਆ ਕਾਦੇ ਵਾਸਤੇ, ਸਿਗਨਲ ਦਿੰਦੇ ਆ ਕੋਕਰੇਚਸ ਨੂੰ ਫੂਡ ਅਤੇ ਵਾਟਰ ਦਾ। ਨੈਕਸਟ ਕੀ ਹੈ, ਸ਼ੋ ਦਾ ਵਿਲਿੰਗਨੈਸ। ਤਾਂ ਇੱਧਰ ਗੱਲ ਕੀ ਕੀਤੀ ਉਹਨਾਂ ਨੇ, ਇੱਥੇ ਓਨ ਪ੍ਰੈਜ਼ੈਂਸ ਦੱਸਦੇ ਵੀ ਹਾਂ ਵੀ ਆਪਣੀ ਪ੍ਰੈਜ਼ੈਂਸ ਦੱਸਦੇ, ਠੀਕ ਹੈ ਜੀ। ਦੈਨ ਕੀ ਹੈ, ਐਂਡ ਸ਼ੋ ਆ ਵਿਲਿੰਗਨੈਸ। ਵਿਲਿੰਗਨੈਸ ਕੀ ਹੁੰਦਾ ਹੈ ਕਿ ਖੁਸ਼ ਨੇ, ਕਿਸੇ ਚੀਜ਼ 'ਚ ਸਹਿਮਤੀ ਆ, ਠੀਕ ਹੈ ਜੀ। ਤੇ ਲੈਟਰ ਇਜ਼ ਇੰਪੋਰਟੈਂਟ, ਥੀਸ ਇਨਸੈਕਟਸ ਐਕਚੁਅਲੀ ਸਮਵਟ ਜਿਹੜਾ ਹੈਗਾ ਜੀ ਗਰਜੇਰੀਅਸ। ਰਿਸਰਚ ਹੈਜ਼ ਸ਼ੋਨ ਦੈਟ ਕੋਕਰੇਚਸ ਮੇਕ ਗਰੁੱਪ ਬੇਸਡ ਡਿਸੀਜਨ ਟੈਂਡ ਟੂ। ਹੁਣ ਉਧਰ ਵਿਲਿੰਗਨੈਸ ਦੀ ਗੱਲ ਕੀਤੀ ਹੋਈ ਹੈ ਤੇ ਇੱਧਰ ਇਹਨਾਂ ਨੇ ਗੱਲ ਕੀਤੀ ਆ ਕਿ ਟੈਂਡ ਟੂ, ਠੀਕ ਹੈ ਜੀ। ਸੋ ਸੇਮ ਮੀਨਿੰਗ ਹੈ, ਟੈਂਡ ਟੂ ਔਰ ਵਿਲਿੰਗਨੈਸ ਲਾਈਕ ਕਰਦੇ ਆ। ਔਰ ਜਿਹੜਾ ਗਰਜੇਰੀਅਸ ਵਰਡ ਹੈ ਇਹਦਾ ਮਤਲਬ ਇਹ ਹੈ ਕਿ ਸਮਵਟ ਕੀ ਕਹਿੰਦੇ, ਕਿਤੇ ਨਾ ਕਿਤੇ ਉਹ ਕੰਪਨੀ ਪਸੰਦ ਕਰਦੇ, ਲਵਿੰਗ ਕੰਪਨੀ ਦਾ ਮੀਨਿੰਗ ਹੁੰਦਾ ਗਰਜੇਰੀਅਸ, ਕਿ ਲਾਈਕ ਪਸੰਦ ਕਰਨਾ, ਲੋਕਾਂ ਦੇ ਨਾਲ ਰਹਿਣਾ ਜਾਂ ਗਰੁੱਪ 'ਚ ਰਹਿਣਾ। ਸੋ ਟੈਂਡ ਟੂ ਕੋਆਪਰੇਟ, ਇੱਧਰ ਕੀ ਲਿਖਿਆ ਹੋਇਆ, ਵਿਲਿੰਗਨੈਸ ਟੂ ਡੈਸ਼। ਯੈਟ ਦਾ ਆਥਰ ਸਟਰਗਲਸ ਟੂ ਫੀਲ, ਕਹਿੰਦਾ ਜਦ ਕਿ ਹਾਲੇ ਤੱਕ ਆਥਰ ਨੂੰ ਔਖਾ ਲੱਗਦਾ ਫੀਲ ਕਰਨਾ ਫੋਰ ਥੀਸ ਇਨਸੈਕਟਸ, ਠੀਕ ਹੈ ਜੀ। ਸੋ ਨੈਕਸਟ ਆਪਾਂ ਪੜ੍ਹਦੇ ਹਾਂ। ਵੈਸੇ ਇੰਨਾ ਪੜ੍ਹਨ ਦੀ ਲੋੜ ਨਹੀਂ ਹੁੰਦੀ, ਸੋ ਤੁਸੀਂ ਸਕਿਮ ਐਂਡ ਸਕੈਨ ਕਰਕੇ ਦੱਸ ਸਕਦੇ ਹੋ, ਪਰ ਆਪਾਂ ਇਹਦੇ ਵਿੱਚ ਡਿਸਕਸ਼ਨ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਕਿ ਲਾਈਕ ਸਾਰੀ ਚੀਜ਼ ਟ੍ਰਾਂਸਲੇਸ਼ਨ ਕਿੱਦਾਂ ਕਰ ਸਕਦੇ ਹਾਂ। ਵਨ ਸਟੱਡੀ ਪਲੇਸ ਦਾ ਲਾਰਜ ਨੰਬਰ ਆਫ ਕੋਕਰੇਚਸ ਇਨ ਅ ਡਿਸ਼ ਵਿਦ 3 ਸਮਾਲ ਸ਼ੈਲਟਰਸ। ਕਹਿੰਦੇ ਇੱਕ ਸਟੱਡੀ ਹੋਈ ਜਿਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਇੱਕ ਡਿਸ਼ ਦੇ ਵਿੱਚ ਤੇ ਸਮਾਲ ਸ਼ੈਲਟਰ, ਛੋਟੇ ਛੋਟੇ ਘਰ ਜਿਵੇਂ ਲਾਈਕ ਜਾਂ ਮੋਰੀਆਂ ਲਗਾ ਲਓ, ਉਹਨਾਂ ਦੇ ਵਿੱਚ ਵੜੇ ਆ। ਐਂਡ ਦਾ ਇਨਸੈਕਟ ਡਿਵਾਈਡਡ ਦੈਮਸੈਲਵਸ ਇਕੁਅਲੀ ਬਿਟਵੀਨ 2 ਆਫ them। ਕਹਿੰਦੇ ਜਿਹੜੇ ਇਨਸੈਕਟਸ ਨੇ ਉਹਨਾਂ ਨੇ ਡਿਵਾਈਡ ਕੀ ਕਰ ਲਿਆ ਆਪਸ 'ਚ, ਦੋ ਦੇ ਵਿੱਚ, ਜਿਵੇਂ 10 ਬੰਦੇ ਵੜੇ ਗਏ, 5 ਦੋ ਖਾਨੇ 'ਚ ਬਹਿ ਗਏ, ਇੱਕ ਖਾਨਾ ਖਾਲੀ ਛੱਡਤਾ, ਲੀਵਿੰਗ ਦਾ ਥਰਡ ਵਨ ਐਮਟੀ। ਵੈਨ these shelters were exchanged for 2 very large। ਤੇ ਜਦੋਂ ਇਹ ਸ਼ੈਲਟਰਸ ਐਕਸਚੇਂਜ ਹੋ ਗਏ 2 large ones, ਸੋ ਕੀ ਕਹਿੰਦੇ ਉਹ ਸਾਰੇ ਜਣੇ ਕੀ ਕਰ ਗਏ, ਸ਼ਿਫਟ ਕਰਕੇ all the cockroach arrange themselves in just one, ਕਿ ਇੱਕ ਦੇ ਵਿੱਚ ਵਗ ਗਏ। these cockroaches it seems prefer the company of others। ਇੱਥੋਂ ਪਤਾ ਲੱਗਦਾ ਉਹ ਕੰਪਨੀ ਪਸੰਦ ਕਰਦੇ ਆ। ਉੱਤੇ ਗਰਜੀਰੀਅਸ ਯੂਜ਼ ਕੀਤਾ ਸੀ, ਨਹੀਂ ਪਤਾ ਲੱਗਿਆ ਤਾਂ ਇੱਥੇ ਵੀ ਵਰਡ ਦੁਬਾਰਾ ਉਹਨੇ ਗੱਲ ਕਲੀਅਰ ਕਰਤੀ ਸਿੰਪਲ, ਕਿ ਕੰਪਨੀ ਆਫ ਅਦਰਸ ਐਂਡ ਰੈਦਰ ਫੇਅਰ ਆਲ ਲੋਕੇਸ਼ਨਸ ਆਫ ਰਿਸੋਰਸਿਸ। ਕਹਿੰਦੇ ਡਰਦੇ ਨਹੀਂ ਹੈਗੇ ਨਾਲ ਵਾਲੇ ਨੂੰ, ਇਹ ਨਹੀਂ ਹੈਗਾ ਵੀ ਆਪਾਂ ਦੱਸਣਾ, ਜਿਵੇਂ ਹਿਊਮਨ ਮਾਈਂਡ ਹੈ ਕਿ ਆਪਾਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਮਿਹਨਤ ਕਿੱਦਾਂ ਕਰਨੀ ਹੈ ਜਾਂ ਖਾਣਾ ਪੀਣਾ, ਹਨਾ, ਰਿਸੋਰਸਿਸ ਵੀ ਦੂਸਰਾ ਬੰਦਾ ਨਾ ਲੈ ਲੇ। ਸੋ ਉਹਨਾਂ ਕੋਲੇ ਜਿਹੜਾ ਕਿ ਗਰੀਡੀ ਮਾਈਂਡ ਨਹੀਂ ਹੈਗਾ, ਠੀਕ ਹੈ ਜੀ। ਤੇ ਆਪਣਾ ਇੱਥੇ ਹੈਗਾ ਸੀ ਟਰੂ ਫਾਲਸ ਰਹਿ ਗਏ ਸੀ 2। ਕੋਕਰੇਚ ਵਿਲ ਫਾਈਟ ਓਵਰ ਫੂਡ। ਹਾਂਜੀ, ਕੋਕਰੇਚ ਲੜਦੇ ਆ ਭੋਜਨ ਦੇ ਪਿੱਛੇ, ਪਰ ਉਹ ਕੀ ਕਰਦੇ, ਕਹਿੰਦੇ ਦੇ ਹੈਵ ਨੋ ਫੇਅਰ ਆਲ ਲੋਕੇਸ਼ਨ ਆਫ ਰਿਸੋਰਸਿਸ, ਕਿਸੇ ਰਿਸੋਰਸਿਸ ਦਾ। ਤੇ ਆਹ ਦੇਖੋ ਇੱਥੇ ਵੀ ਗੱਲ ਕੀਤੀ ਕੋਕਰੇਚ ਅਬਾਊਟ ਸੋਰਸ ਆਫ ਫੂਡ ਐਂਡ ਵਾਟਰ। ਸੋ ਉਹ ਸਿਗਨਲ ਦਿੰਦੇ ਆ ਸੋਰਸ ਦਾ ਕਿ ਫੂਡ ਪਿਆ ਉੱਥੇ ਭਾਈ, ਉੱਥੇ ਵਾਟਰ ਪਿਆ। ਸੋ ਉਹ ਤਾਂ ਲੜਦੇ ਨਹੀਂ ਹੈਗੇ, ਸੋ ਉਹ ਦੱਸਦੇ ਆ। ਸੋ ਆਨਸਰ ਕੀ ਹੋ ਗਿਆ ਇੱਥੇ, ਫਾਲਸ। ਦ ਲਾਸਟ ਕੁਐਸਚਨ, ਕੋਕਰੇਚਸ ਆਰ ਆਫਨ ਦਾ ਸਬਜੈਕਟ ਆਫ ਰਿਸਰਚ। ਕਹਿੰਦਾ ਅਕਸਰ ਜਿਹੜੇ ਕੋਕਰੇਚਸ ਨੇ ਉਹ ਰਿਸਰਚ ਦਾ ਹੁੰਦੇ ਆ, ਹਿੱਸਾ ਹੁੰਦੇ ਆ। ਤੇ ਪਰ ਇੱਥੇ ਅੱਗੇ ਪੜ੍ਹਦੇ ਹਾਲੇ ਤਾਂ ਆਪਾਂ ਇੱਕ ਥਾਂ ਦੀ ਪੜ੍ਹਿਆ ਕਿ ਸਟੱਡੀ ਹੋਈ ਸੀ। ਸ਼ੁੱਡ ਆਈ ਦੇਅਰਫੋਰ ਫੀਲ ਐਨੀ ਐਡਮਾਇਰੇਸ਼ਨ। ਕਹਿੰਦਾ ਕਿ ਮੈਨੂੰ ਇਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਸੋ ਇਹਦੇ ਇੱਕ ਗੱਲ ਚੀਜ਼ ਹੋਰ ਸੀ ਕਿ ਜੈਟ ਦਾ ਆਥਰ ਸਟਰਗਲ ਟੂ ਫੀਲ। ਕਹਿੰਦਾ ਕਿ ਹਾਲੇ ਉਹਨੂੰ ਔਖਾ ਹੋ ਰਿਹਾ ਸੀ, ਸਟਰਗਲਸ ਟੂ ਫੀਲ, ਔਖਾ ਫੀਲ ਹੋ ਰਿਹਾ ਕਰ ਰਿਹਾ ਸੀ ਕਿ ਲਾਈਕ ਉਹ ਕੀ ਕਵੇ, ਐਡਮਾਇਰੇਸ਼ਨ ਫੋਰ ਦੀ। ਆਪਾਂ ਉਹਦੇ ਗੁਣ ਪੜ੍ਹਦੇ ਆ ਰਹੇ ਹਾਂ, ਇੰਨੀ ਚੀਜ਼ਾਂ ਗੁਣ ਦੱਸਦੇ, ਕਰਦੇ ਹੋ, ਇਕੱਠੇ ਰਹਿੰਦੇ ਆ। ਪਰ ਉਹਨੇ ਲਾਸਟ ਫਿਰ ਆਥਰ ਕਹਿੰਦਾ ਕਿ ਮੈਨੂੰ ਇਹਨਾਂ ਚੀਜ਼ਾਂ ਨਾਲ ਕੀ ਇਹਨਾਂ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਤਾਂ ਉਹੀ ਹੈ ਕਿ ਇੱਥੇ ਕੁਐਸਚਨ ਡਿਮਾਂਡ ਕਿ ਜੈਟ ਦਾ ਆਥਰ ਸਟਰਗਲਸ ਟੂ ਫੀਲ, ਆਥਰ ਜਿਹੜਾ ਉਹ ਸਟਰਗਲ ਕਰਦਾ, ਉਹਨੂੰ ਮੁਸ਼ਕਲ ਹੋ ਰਹੀ ਹੈ ਕਾਹਦੇ ਵਾਸਤੇ, ਫੀਲ ਐਡਮਾਇਰੇਸ਼ਨ ਫੋਰ ਥੀਸ ਇਨਸੈਕਟਸ, ਕਿ ਉਹਨਾਂ ਦੀ ਪ੍ਰਸ਼ੰਸਾ ਕਰਨੀ, ਇਹਦਾ ਚੰਗੇ ਨੇ ਵੀ ਇਹਨਾਂ ਨੂੰ ਰੱਖ ਲਓ। ਪਰ ਉਹਦਾ ਕੀ ਕਹਿੰਦੇ, ਇਹਨੂੰ ਬਾਹਰ ਕੱਢਣਾ। ਸੋ ਨੈਕਸਟ ਹੈਗਾ ਗ੍ਰੈਗਰ ਤੇ ਆਥਰ ਵਾਂਟਸ ਟੂ। ਹੁਣ ਗ੍ਰੈਗਰ ਬਾਰੇ ਪੜ੍ਹਨਾ ਆਪਾਂ। ਤੇ ਹੁਣ ਗ੍ਰੈਗਰ ਦੀ ਹਾਲੇ ਤੱਕ ਕੋਈ ਗੱਲ ਹੋਈ ਨਹੀਂ ਸੀ, ਠੀਕ ਹੈ ਜੀ। ਸੋ ਨੈਕਸਟ ਕੀ ਹੈ, ਸ਼ੁੱਡ ਆਈ ਐਡਮਾਇਰੇਸ਼ਨ ਦਾ ਆਪਣਾ ਹੋ ਗਿਆ ਸੀ। ਇਟਸ ਹਾਰਡ ਇਨ ਫੈਕਟ ਇਨ ਦਾ ਵੈਸਟਰਨ ਕਲਚਰ ਕੋਕਰੇਚਸ ਆਰ ਆਲਮੋਸਟ ਯੂਨੀਵਰਸਲੀ ਡਿਪਿਕਟਡ ਐਜ਼ ਰਿਪਲਸਿਵ ਐਂਡ ਡਰਟੀ ਪੈਸ। ਕਹਿੰਦਾ ਵੈਸਟਰਨ ਕਲਚਰ ਜਿਹੜੇ ਬ੍ਰਿਟਿਸ਼ ਲੋਕ ਨੇ, ਬਾਹਰ ਦੇ ਲੋਕ ਆ, ਸਾਰੇ ਕੀ ਕਰਦੇ, ਓਵਰਸੀਜ਼ ਵਾਲੇ ਇਹਨਾਂ ਨੂੰ ਗੰਦਾ ਮੰਨਦੇ ਆ। ਇਨ ਦਾ ਇਨਸੈਕਟਸ ਮੋਸਟ ਫੇਮਸ ਲਿਟਰਰੀ ਅਪੀਅਰੈਂਸ ਫਰੈਂਡਸ ਕਾਫਾਸ ਐਂਡ ਮੈਟਾਮੋਰਫੋਸਿਸ ਆ ਮੈਨ ਗ੍ਰੋਗਰ। ਕਹਿੰਦਾ ਉਸ ਤੋਂ ਬਾਅਦ ਕੀ ਹੈ, ਕਹਿੰਦੇ ਕਿ ਇਨਸੈਕਟਸ ਦੇ ਵਿੱਚ ਸਭ ਤੋਂ ਗੰਦਾ ਮੰਨਦੇ ਫੇਮਸ ਕੋਈ ਚੀਜ਼ ਹੋਈ ਸੀ, ਲਿਟਰੇਰੀ ਅਪੀਅਰੈਂਸ ਹੋਈ ਸੀ, ਜਿਹਦੇ ਵਿੱਚ ਨਾਮ ਦਿੱਤਾ ਹੋਇਆ ਫਰਾਂਸ ਕਾਫਕਾਜ਼ ਦਾ ਮੈਟਾਮੋਰਫੋਸਿਸ ਮੈਨ ਸੀ ਕੋਈ ਗ੍ਰੈਗਰ। ਹੁਣ ਗ੍ਰੈਗਰ ਬਾਰੇ ਪਤਾ ਕਰਦੇ ਹਾਂ। ਗ੍ਰੈਗਰ ਦੇ ਬਾਰੇ ਉਹਨੇ ਦੱਸਿਆ ਸੀ ਇਜ਼ ਟਰਾਂਸਫਾਰਮਡ ਓਵਰਨਾਈਟ ਇਨਟੂ ਅ ਮੌਨਸਟਰਸ ਇਨਸੈਕਟ।
ਕਹਿੰਦਾ ਲਗਭਗ ਕੀ ਓਵਰਨਾਈਟ ਦੇ ਵਿੱਚ ਕੀ ਹੋ ਗਿਆ, ਮੌਨਸਟਰ ਇਨਸੈਕਟ ਦੇ ਵਿੱਚ ਉਹਨੇ ਕੀ ਆਪਣੇ ਆਪ ਨੂੰ ਟਰਾਂਸਫਾਰਮ ਕਰ ਲਿਆ, ਪ੍ਰੋਬੇਬਲੀ ਅ ਕਾਕਰੇਚ, ਲਗਭਗ ਉਹ ਕਾਕਰੇਚ ਵਰਗਾ ਸੀ। ਆਲਦੋ ਦਾ ਸਟੋਰੀ ਨੈਵਰ ਕੁਆਇਟ ਮੇਕਸ ਦੈਟ ਕਲੀਅਰ, ਕਹਿੰਦਾ ਜਦ ਕਿ ਇਹ ਜਿਹੜੀ ਸਟੋਰੀ ਆ ਸੱਚ ਨਹੀਂ ਦੱਸਦੇ, ਪਤਾ ਲੱਗਿਆ ਕੀ ਸਿਸਟਮ ਹੋਇਆ ਸੀ। ਗ੍ਰੈਗਰਸ ਟਰਾਂਸਫੋਰਮੇਸ਼ਨ ਰਿਜ਼ਲਟ ਇਜ਼ ਇਨ ਵੈਰੀ ਪ੍ਰੈਡਿਕਟੇਬਲ ਰਿਸਪੌਂਸ ਫਰੋਮ ਹਿਸ ਫੈਮਿਲੀ ਐਂਡ ਫਰੈਂਡਸ, ਜਿਹੜਾ ਉਹਦਾ ਰਿਸਪੌਂਸ ਸੀ ਨਾ ਉਹਦੇ ਫਰੈਂਡਸ ਬਣਨ ਤੋਂ ਬਾਅਦ, ਕਿ ਲਾਈਕ ਉਹਨੂੰ ਪਤਾ ਸੀ ਕਿ ਕਿੱਦਾਂ ਦੇ ਲੋਕੀ ਫਿਰ ਕਹਿਣਗੇ ਮੈਨੂੰ, ਸੋ ਦੈਟ ਵਾਜ਼ ਅ ਪ੍ਰੈਡਿਕਟੇਬਲ ਰਿਸਪੌਂਸ ਸੀ। who can never accept him again, and ਉਹ ਕਦੇ ਵੀ ਉਹਨੂੰ ਦੁਬਾਰਾ accept ਨਹੀਂ ਕਰ ਸਕਦੇ ਉਸ ਚੀਜ਼ ਦੇ ਵਿੱਚ, ਲਾਈਕ ਉਹਨੂੰ ਜਿਵੇਂ ਪਹਿਲਾਂ ਉਹ ਗ੍ਰੈਗਰ ਵਧੀਆ ਹੋਣਾ ਕਿ ਲਾਈਕ ਉਹ ਕੋਕਰੇਚ ਬਣ ਗਿਆ, ਲੋਕੀ ਉਹਨੂੰ ਉਨੀ ਇੱਜ਼ਤ ਦੇਣਗੇ ਜਿਵੇਂ ਉਹ ਪਹਿਲਾਂ ਸੀ। he eventually dies outcast and lonely, despised and mistreated, ਕਹਿੰਦਾ eventually ਕੀ ਆਖਰਕਾਰ ਉਹ ਮਰ ਗਿਆ ਕਾਤੋਂ, ਆਊਟਕਾਸਟ ਐਂਡ ਲੋਨਲੀ, ਕਿ ਇਕੱਲਾ ਰਹਿ ਗਿਆ, ਉਹਦੇ ਕਰਕੇ ਡਿਸਪਾਈਜ਼ਡ, ਕਹਿੰਦਾ ਉਹਨੂੰ ਬੇਇੱਜ਼ਤੀ ਕੀਤੀ, ਉਹਨੂੰ ਮਿਸਟਰੀਟ ਕੀਤਾ। ਹੈਗਾ ਜੀ ਪੋਟੈਂਟ ਸਿੰਬਲ ਆਫ ਐਲੀਨੇਸ਼ਨ ਐਂਡ ਰਿਜੈਕਸ਼ਨ, ਤਾਂ ਉਹ ਕੀ ਸੀ, ਕਹਿੰਦਾ ਕਿ ਸਿੰਬਲ ਆਫ ਐਲੀਨੇਸ਼ਨ, ਕਿ ਉਹਨੇ ਸਾਰੇ ਲੋਕਾਂ ਨੇ ਧੱਬਾ ਲਾਤਾ ਵੀ ਆਹ ਕੀ ਕਰਤਾ, ਕਿਸੇ ਵੀ ਚੀਜ਼ ਦੇ ਵਿੱਚ ਉਹਨੂੰ ਅਪਣਾਇਆ ਨਹੀਂ। ਜੈਟ ਦਾ ਪਿਕਸਰ ਐਨੀਮੇਟਡ ਫੀਚਰ ਵਾਲ ਈ ਆ ਕਾਕਰੇਚ ਪ੍ਰੋਵਾਈਡ ਐਸੈਂਸ਼ੀਅਲ ਕੰਪੈਨੀਅਨਸ਼ਿਪ to a long robot living on a planet, lone robot living on a planet scorched by nuclear holocaust, ਕਹਿੰਦਾ ਕਿ ਜਦ ਕਿ ਇੱਕ ਪਿਕਸਰ ਮੂਵੀ ਸੀ ਐਨੀਮੇਟਡ ਵਾਲ ਈ, ਪਿਕਸਰ ਵਾਲਿਆਂ ਦੁਆਰਾ ਬਣਾਈ ਗਈ ਸੀ, ਉਹਦੇ ਵਿੱਚ ਕਾਕਰੇਚ ਕੀ ਕਰਦਾ ਹੈ, ਇੱਕ ਕੰਪੈਨੀਅਨਸ਼ਿਪ, ਕਹਿਣ ਦਾ ਮਤਲਬ ਦੋਸਤੀ ਦਾ ਰੋਲ ਨਿਭਾਉਂਦਾ ਹੈ। ਇੱਕ ਰੋਬੋਟ ਰਹਿ ਜਾਂਦਾ ਇਕੱਲਾ ਪਲੈਨਟ ਦੇ ਉੱਪਰ, ਅੱਗ ਨਾਲ ਝੁਲਸਿਆ ਹੋਇਆ ਨਿਊਕਲੀਅਰ ਹੋਲੋਕਾਸਟ ਦੇ ਕਰਕੇ, ਨਿਊਕਲੀਅਰ ਉੱਤੇ ਧਮਾਕੇ ਹੁੰਦੇ ਨੇ ਤੇ ਰੋਬੋਟ ਹੁੰਦਾ ਹੈ, ਉਹਦਾ ਇਹ ਦੋਸਤ ਬਣ ਕੇ ਰਹਿੰਦਾ ਮੂਵੀ ਦੇ ਵਿੱਚ। ਗ੍ਰੈਗਰ ਬਾਰੇ ਆਪਾਂ ਪਤਾ ਕਰਨਾ ਸੀ, ਬਿਕਮਸ ਆ ਕਾਕਰੇਚ, ਕਹਿੰਦਾ ਕਿ ਬਣਦਾ ਕਾਕਰੇਚ ਬਣਦਾ, ਪਰ ਉਧਰ ਕੀ ਗੱਲ ਕੀਤੀ ਸੀ ਉਹਨਾਂ ਨੇ, ਪ੍ਰੋਬੇਬਲੀ ਆ ਕਾਕਰੇਚ, ਪਰ ਕੱਲ ਕਲੀਅਰ ਨਹੀਂ ਹੈਗੀ ਕਹਿੰਦੇ, ਤਾਂ ਸੋ ਆਪਾਂ ਇਹਨੂੰ ਕੱਟਤਾ। ਇਜ਼ ਅ ਫੇਮਸ ਕਰੈਕਟਰ, ਪਰ ਉੱਥੇ ਕੀ ਗੱਲ ਕੀਤੀ ਹੈ ਕਿ ਇਹਦੀ ਸਟੋਰੀ ਹੀ ਕਲੀਅਰ ਨਹੀਂ ਹੈਗੀ, ਤਾਂ ਕਿਸੇ ਫੇਮਸ ਦੀ ਗੱਲ, ਡਿਸਪਾਈਜ਼ਸ ਹਿਜ਼ ਫਰੈਂਡਸ, ਉਹਦੇ ਦੋਸਤਾਂ ਨੇ ਇਕੱਲਾ ਡਿਸਪਾਈਜ਼ ਕੀਤਾ ਸੀ, ਪਰ ਇੱਥੇ ਕੀ ਗੱਲ ਕੀਤਾ, ਉਹਦੀ ਫੈਮਿਲੀ ਤੇ ਫਰੈਂਡਸ ਬਾਰੇ ਕੀ ਸੀ, ਰਿਸਪੌਂਸ ਬਾਰੇ ਗੱਲ ਹੋਈ ਹੈ, ਪਰ ਉਹਨੇ ਇਹ ਨਹੀਂ ਦੱਸਿਆ ਕਿ ਡਿਸਪਾਈਜ਼ ਕਿਹਨਾਂ ਨੇ ਕੀਤਾ। ਇੱਥੇ ਕਿ ਹੀ ਇਵੈਂਚੁਅਲੀ ਡਾਈਜ਼ ਆਊਟਕਾਸਟ ਐਂਡ ਲੋਨਲੀ, ਡਿਸਪਾਈਜ਼ਡ ਐਂਡ ਮਿਸਟ੍ਰੀਟ ਕੀਤਾ, ਕਿ ਪਤਾ ਨਹੀਂ ਕਿਹਨੇ ਕੀਤਾ, ਉਹਦੇ ਆਫਿਸ ਵਾਲਿਆਂ ਨੇ ਕੀਤਾ, ਉਹਦੇ ਗਵਾਂਢੀਆਂ ਨੇ ਕੀਤਾ, ਪਰ ਇੱਥੇ ਕਿਸੇ ਨੇ ਕੁਛ ਨਹੀਂ ਦੱਸਿਆ ਕਿ ਦੋਸਤਾਂ ਨੇ ਕੀਤਾ ਕਿ ਘਰਦੇ ਨੇ ਕੀਤਾ, ਸੋ ਇਹ ਵੀ ਗਲਤ ਹੋ ਗਿਆ। ਨੀਡ ਕੰਪੈਨੀਅਨਸ਼ਿਪ, ਉਹਨੂੰ ਜ਼ਰੂਰਤ ਸੀ ਦੋਸਤੀ ਦੀ, ਤੇ ਉਹ ਆਖਰਕਾਰ ਕਾਹਤੋਂ ਮਰ ਗਿਆ, ਲੋਨਲੀ, ਹਾਂਜੀ ਲੋਨਲੀ, ਕੀ ਇਕੱਲਾ ਹੋਣ ਕਰਕੇ ਮਰ ਗਿਆ। ਸੋ ਇਹ ਚੀਜ਼ ਦਾ ਜਿਹੜਾ ਆਪਣਾ ਕੀਵਰਡ ਮੈਚ ਹੁੰਦਾ ਸੀ, ਸੋ ਆਨਸਰ ਹੋ ਗਿਆ ਇੱਥੇ ਡੀ। ਨੈਕਸਟ ਲਾਸਟ ਕੁਐਸਚਨ ਹੈਗਾ, ਦਾ ਆਥਰ ਵਾਂਟਸ ਟੂ ਡੈਸ਼, ਆਥਰ ਕੀ ਕਰਨਾ ਚਾਹੁੰਦਾ, ਆਪਾਂ ਇਹਦੇ ਆਪਸ਼ਨਸ ਪਹਿਲਾਂ ਪੜ੍ਹ ਗਏ ਸੀ। ਵਾਟ ਐਵਰ ਦਾ ਕੇਸ ਆਈ ਐਮ ਫੇਸਡ ਵਿਦ ਅ ਬਿਗ ਪ੍ਰੋਬਲਮ, ਕਹਿੰਦਾ ਇਸ ਕੇਸ ਦੇ ਉੱਪਰ ਮੈਂ ਬਿਗ ਪ੍ਰੋਬਲਮ, ਬਿਗ ਸਿਚੁਏਸ਼ਨ ਦੇ ਵਿੱਚ ਫਸ ਚੁੱਕੇ ਹਾਂ। A large ugly cockroach crawling slowly across my sink, ਕਹਿੰਦਾ ਜਿਹੜਾ ਵੱਡਾ ਸਾਰਾ ਗੰਦਾ ਜਿਹਾ ਕਾਕਰੇਚ ਸੀ ਉਹ ਹੌਲੀ ਹੌਲੀ ਕ੍ਰੋਲਿੰਗ ਕਰਦਾ, ਰਗੜ ਜਿਵੇਂ ਆਪਣੇ ਵੱਲ ਨੂੰ ਆ ਰਿਹਾ, ਕ੍ਰੋਲ ਕਰਦਾ ਪਿਆ across my sink, antenna waving as explodes around, ਕਿ ਐਂਟੀਨੇ ਨੂੰ ਹਿਲਾ ਰਿਹਾ ਸੀ। if I try to grab it, ਕਹਿੰਦਾ ਜੇ ਮੈਨੂੰ ਫੜਨਾ ਚਾਹੁੰਦਾ ਤਾਂ ਇਹ ਕੀ ਕਹਿੰਦਾ ਕਿਸੇ ਪਾਸੇ ਲੁੱਕ ਜਾਂਦਾ, and I doubt whether I'll be able to catch it before it disappears, ਕਹਿੰਦਾ ਕਿ ਮੈਨੂੰ ਡਾਊਟ ਸੀ ਜੇ ਮੈਂ ਇਹਨੂੰ ਕਹਿੰਦਾ ਫੜਨ ਦੇ ਵਿੱਚ ਏਬਲ ਨਾ ਹੋਇਆ ਤਾਂ ਉਸ ਤੋਂ ਪਹਿਲਾਂ ਹੀ ਇਹਨੇ ਲੁੱਕ ਜਾਣਾ। ਨਿਮੇਰਸ ਕ੍ਰੈਕਸ ਐਂਡ ਕਰਸੀਵਸ, ਕਿ ਤਰੇੜਾਂ ਦਰਾਰਾਂ ਬਹੁਤ ਨੇ ਉਹਦੇ ਵਿੱਚ, ਮੇਰੇ ਓਲਡ ਅਪਾਰਟਮੈਂਟ ਦੇ ਵਿੱਚ, ਆਫ ਮਾਈ ਓਲਡ ਅਪਾਰਟਮੈਂਟ, ਸੋ ਆਈ ਕੇਅਰਫੁਲੀ ਰਿਮੂਵ ਮਾਈ ਸਲਿੱਪਰ, ਕਹਿੰਦਾ ਮੈਂ ਫਿਰ ਛੱਤਰ ਲਾ ਲਿਆ, ਡੈਟਰਮਾਈਂਡ ਟੂ ਸਕਵੈਸ਼ ਦਾ ਇਨਸੈਕਟ, ਤਾਂ ਕੀ ਕੀਤਾ, ਕਹਿੰਦਾ ਕਿ ਇਹਨੂੰ ਮਸਲਣ ਦੇ ਵਾਸਤੇ, ਇਨਸੈਕਟ ਨੂੰ ਸਕਵੈਸ਼ ਕਰਨ ਵਾਸਤੇ, ਬਟ ਦੈਨ ਆਲਮੋਸਟ ਸਕਰੀਮ ਅਗੇਨ, ਕਹਿੰਦਾ ਦੁਬਾਰਾ ਫੇਰ ਉਹਨੇ ਇੱਕ ਆਵਾਜ਼ ਜੀ ਕੀਤੀ, ਐਜ਼ ਇਟ ਲਿਫਟਸ ਔਨ ਇਟ ਲੈਗਸ, ਕਹਿੰਦਾ ਕਿ ਉਹ ਕਹਿੰਦਾ ਆਪਣੀ ਲੈਗਸ ਨੂੰ ਉੱਪਰ ਨੂੰ ਉੱਠ ਗਿਆ, ਬੋਡੀ ਨੂੰ ਲਿਫਟ ਕਰ ਲਿਆ ਲੈਗਸ ਦੇ ਉੱਪਰ, ਰੇਜ਼ਿਸ ਮੈਂਬਰੋਨਸ ਵਿੰਗਸ, ਠੀਕ ਹੈ ਜੀ, ਉਹਨੇ ਆਪਣੇ ਜਿਹੜੇ ਖੰਭ ਜੇ ਕੱਢੇ, ਸੌਣ ਲੱਗ ਗਿਆ, ਐਂਡ ਵਿਦ ਅ ਲਾਊਡ ਬਜ਼ਿੰਗ ਨੋਇਜ਼, ਕਹਿੰਦਾ ਆਵਾਜ਼ ਕਰਦਾ, flies away, oh yes what I need they can fly too, ਤੇ ਮੈਂ ਦੇਖਿਆ ਨੋਟ ਕੀਤਾ ਉਹ ਤੇਰੀ ਇਹ ਤਾਂ ਉੱਡ ਵੀ ਸਕਦੇ ਆ। ਸੋ ਹੁਣ ਕਾਕਰੇਚਸ ਨੂੰ ਕੀ ਕਰਨਾ ਚਾਹੁੰਦਾ ਸੀ, ਆਥਰ ਵਾਂਟਸ ਟੂ ਕੈਚ ਦਾ ਕਾਕਰੇਚ, ਕਹਿੰਦਾ ਫੜਨਾ ਚਾਹੁੰਦਾ, ਪਰ ਉੱਥੇ ਕਹਿੰਦਾ ਉਹਨੂੰ ਡਾਊਟ ਸੀ, ਕਹਿੰਦਾ ਜੇ ਮੈਨੂੰ ਫੜਨ ਲੱਗਿਆ ਲੁੱਕ ਜਾਊਗਾ। ਕਿੱਲ ਦਾ ਕਾਕਰੇਚ, ਕਹਿੰਦਾ ਉਹਨੂੰ ਸਕੈਚ ਕਰਨਾ ਚਾਹੁੰਦਾ, ਉਹਨੇ ਸਲਿੱਪਰ ਲਾ ਲਿਆ ਸੀ, ਤਾਂ ਆਨਸਰ ਕੀ ਹੋ ਗਿਆ, ਕਿੱਲ ਦਾ ਕਾਕਰੇਚ। ਚਲੋ ਅਗਲਾ ਵੀ ਦੇਖਣਾ, ਟੱਚ ਦਾ ਕਾਕਰੇਚ ਇੰਨੀ ਕੋਈ ਗੱਲ ਨਹੀਂ ਹੋਈ, ਫਲਾਈ ਲਾਈਕ ਆ ਕਾਕਰੇਚ ਉਹਦੀ ਵੀ ਗੱਲ ਨਹੀਂ। ਸੋ ਆਨਸਰ ਕੀ ਰਹਿ ਗਿਆ ਸੀ ਆਪਣਾ ਬੀ। ਤਾਂ ਆਪਾਂ ਇਹਨੂੰ ਹਮੇਸ਼ਾ ਕੋਈ ਵੀ ਕੁਐਸਚਨ ਹੈ ਕੀਵਰਡ, ਐਲੀਮੀਨੇਟ ਮੈਥਡ, ਜਾਂ ਫਿਰ ਤੁਸੀਂ ਐਜ਼ ਅ
ਜਿਵੇਂ ਟਰਾਂਸਲੇਸ਼ਨ ਬੇਸਡ ਤੁਸੀਂ ਕਰ ਸਕਦੇ ਹੋ ਕਿ ਤੁਹਾਨੂੰ ਲੱਗਦਾ ਇੱਥੇ ਆਹ ਚੀਜ਼ ਹੈ ਜਿਹਨਾਂ ਨੇ ਕੈਨ ਪੁੱਛਿਆ ਹੈ। ਸੋ ਕੁਐਸਚਨ ਫੈਮਿਲੀ ਬੈਸਟ ਪਾਰਟ ਕੇ ਤੁਹਾਨੂੰ ਆਉਣੀ ਚਾਹੀਦੀ ਆ। ਜਿਹੜਾ ਪ੍ਰੋਮੀਨੈਂਟ ਥਿੰਗ ਹੈ ਕਿ ਜੇਕਰ ਤੁਹਾਨੂੰ ਕੁਐਸਚਨ ਫੈਮਿਲੀ ਨਹੀਂ ਆਉਂਦੀ, ਮੋਡੈਲਸ ਟੈਂਸਸ ਵੇਰੀਏਸ਼ਨ ਨਹੀਂ ਹੁੰਦੇ, ਸੋ ਇਟਸ ਵੈਰੀ ਡਿਫਿਕਲਟ ਟੂ ਫਾਈਂਡ ਆਊਟ ਦਾ ਟਰੂ ਆਨਸਰ। ਸੋ ਮੋਸਟ ਆਫ ਦਾ ਥਿੰਗ ਕਿ ਤੁਹਾਡੇ ਜਿਹੜੇ ਕੁਐਸਚਨ ਆਨਸਰ ਨੇ ਉਹ ਡਿਪੈਂਡ ਕਰਦੇ ਆ ਤੁਹਾਡੇ ਹੀ ਜਿਹੜਾ ਕਿ ਸੈਂਟੈਂਸ ਸਟਰਕਚਰ ਗ੍ਰਾਮੈਟੀਕਲ ਐਰਰ ਨਾ ਹੋਵੇ ਤਾਂ ਉਹਦੇ ਨਾਲ ਹੀ ਲੱਭ ਸਕਦੇ ਹੋ। ਸੋ ਥੈਂਕ ਯੂ ਵੀਡੀਓ ਦੇਖਣ ਵਾਸਤੇ। ਸੋ ਹੋਪ ਸੋ ਕਿ ਤੁਹਾਨੂੰ ਇਸ ਰੀਡਿੰਗ ਦੇ ਡਾਊਟ ਕਲੀਅਰ ਹੋਏ ਹੋਣਗੇ। ਸੋ ਆਪਾਂ ਵੀਡੀਓ ਦੇ ਇੱਥੇ ਐਂਡ ਕਰਦੇ ਹਾਂ। ਸੋ ਥੈਂਕਸ ਅਗੇਨ ਫॉर ਵਾਚਿੰਗ ਮਾਈ ਵੀਡੀਓ।